ਜਿਹੜੇ ਉਹਨਾਂ ਦੇ ਕੁਝ ਦੋਸਤ ਨੇ ਅੰਬਾਨੀ ਅਡਾਨੀ ਵਰਗੇ US ਵਰਗੇ ਉਹਨਾਂ ਨੂੰ ਦੇਸ਼ ਵੇਚਣਗੇ। ਤਾਂ ਇਹ ਰਾਮਰਾਜ ਦਾ ਮਾਡਲ ਇਹ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ, ਕਿਉਂਕਿ ਦੇਸ਼ ਐ ਨਹੀਂ ਵੇਚਿਆ ਜਾ ਸਕਦਾ ਹੁੰਦਾ ਕਹਿ ਕੇ ਵੀ ਲਓ ਜੀ ਅਸੀਂ ਦੇਸ਼ ਵੇਚ ਰਹੇ ਹਾਂ, ਅਸੀਂ ਸਾਰਾ ਪਬਲਿਕ ਸੈਕਟਰ ਯੂਨਿਟ ਵੇਚ ਰਹੇ ਹਾਂ। ਉਹਦੇ ਵਾਸਤੇ ਤੁਹਾਨੂੰ ਪਹਿਲਾਂ ਲੋਕਾਂ ਨੂੰ ਕਹਿਣਾ ਪਊਗਾ ਵੀ ਉਹ ਹਿੰਦੂ ਹੈ ਉਹ ਮੁਸਲਮਾਨ ਹੈ, ਤੁਸੀਂ ਦੋਨੇ ਆਪਸ 'ਚ ਦੁਸ਼ਮਣ ਹੋ, ਇੱਕ ਦੂਜੇ ਨਾਲ ਲੜੋ। ਉਹ ਤੋਂ ਬਾਅਦ ਦੇ ਅੰਦਰ ਤੁਸੀਂ ਦੰਗੇ ਭੜਕਾਓਗੇ, ਫਿਰ ਤੁਸੀਂ ਦੇਸ਼ ਵੇਚੋਗੇ। ਤੇ ਉਹ ਦੇਸ਼ ਵੇਚਣ ਦਾ ਕੰਮ ਜਿਹੜਾ ਹੈਗਾ ਪਿਛਲੇ 3-4 ਸਾਲਾਂ ਤੋਂ ਬਹੁਤ ज़्यादा महारत ਦੇ ਨਾਲ ਅਮਿਤ ਸ਼ਾਹ ਮੋਦੀ ਇਹ ਸਾਰੇ ਇਕੱਠੇ ਹੋ ਕੇ ਕਰ ਰਹੇ ਨੇ। ਜਵਾਕ ਛੋਟੇ ਛੋਟੇ ਜਵਾਕਾਂ ਦੀਆਂ ਵੀਡੀਓਜ਼ ਆ ਰਹੀਆਂ ਨੇ, ਉਹਨਾਂ ਨੂੰ ਅੰਬਾਨੀ ਅਡਾਨੀ ਦਾ ਪਤਾ, ਉਹਨਾਂ ਨੂੰ ਐ ਪਤਾ ਵੀ ਉਹ ਕਿਸਾਨਾਂ ਦੇ ਐਂਟੀ ਨੇ, ਉਹ ਕਿਸਾਨਾਂ ਦੇ ਦੁਸ਼ਮਣ ਨੇ। ਜਿਹੜੀਆਂ ਔਰਤਾਂ ਨੇਗੀਆਂ, ਔਰਤਾਂ ਦੇ ਕੋਲ ਇਕੁਅਲ ਰਾਈਟਸ ਨਹੀਂ ਹੋਣੇ ਚਾਹੀਦੇ, ਉਹ ਸੈਕੰਡ ਗ੍ਰੇਡ ਸਿਟੀਜ਼ਨਸ ਹੋਣੀਆਂ ਚਾਹੀਦੀਆਂ ਨੇ। ਸਾਰਾ ਕੁਝ RSS ਦਾ ਰਿਟਨ ਉਹਨਾਂ ਦੀ ਆਈਡੀਓਲੋਜੀ ਆ, ਜਿਹਨੂੰ BJP ਤੇ ABVP ਦੋਨੇ ਫੋਲੋ ਕਰਦੇ ਨੇ। ਯੋਗੀ ਕਹਿੰਦਾ ਆ ਵੀ ਹਾਥਰਸ ਵਾਲਾ ਇੰਸੀਡੈਂਟ ਤੋਂ ਬਾਅਦ ਵਿੱਚ ਉਹਦਾ ਬਿਆਨ ਆਉਂਦਾ ਵੀ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਘਰੋਂ ਸੰਸਕਾਰ ਨਹੀਂ ਮਿਲਦੇ, ਤਾਂ ਕਰਕੇ ਕੁੜੀਆਂ ਦੇ ਨਾਲ ਇਹੋ ਜਿਹਾ ਕੁਝ ਹੁੰਦਾ, ਤਾਂ ਕਰਕੇ ਕੁੜੀਆਂ ਨੂੰ ਪੁਲਿਸ ਜਿਹੜੀ ਹੈਗੀ ਆ ਉਹ ਰਾਤ ਨੂੰ ਜਲਾ ਦਿੰਦੀ ਹੈਗੀ, ਤਾਂ ਕਰਕੇ ਉਹਨਾਂ ਦੇ ਨਾਲ ਗੈਂਗ ਰੇਪਸ ਹੁੰਦੇ ਨੇਗੇ। ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ। BJP ਨੇ ਹਿੰਦੁਸਤਾਨ ਦੇ ਵਿੱਚ ਕਿਤੇ ਪ੍ਰੋਟੈਸਟ ਨਹੀਂ ਕੀਤਾ ਜਦੋਂ ਹਾਥਰਸ ਦਾ ਕੇਸ ਹੁੰਦਾ, ਫਿਰ ਇਹ ਪੰਜਾਬ 'ਚ ਕਿਉਂ ਕਰ ਰਹੀ ਹੈ? ਹਾਥਰਸ ਨੂੰ ਲੈ ਕੇ ਤਾਂ BJP ਦਾ ਇਹ ਕਹਿਣਾ ਵੀ ਜੀ ਰੇਪ ਹੋਇਆ ਹੀ ਹੈ ਨੀਗਾ। ਉਹ ਕਹਿ ਰਹੇ ਨੇ ਵੀ ਇਹ ਕੋਈ ਮੁੱਦਾ ਹੀ ਨਹੀਂ। UP ਉਹਨਾਂ ਦਾ ਇੱਕ ਹਿੰਦੂ ਰਾਸ਼ਟਰ ਦਾ ਮਾਡਲ ਆ, ਜਿਹੜਾ ਮਾਡਲ ਉਹਨਾਂ ਨੇ ਪੂਰੇ ਦੇਸ਼ ਨੂੰ ਪੇਸ਼ ਕਰਨਾ। ਕਿ ਜਿਹੜੀ BJP ਦੀ ਪੋਲਿਟਿਕਸ ਆ ਨਾ, ਉਹ ਚੱਲਦੀ ਉਹ ਹਿੰਦੂ ਮੁਸਲਮਾਨ ਦੇ ਬੇਸਿਸ ਤੇ ਆ। ਉਹ ਚੱਲਦੀ ਉਹ ਆ ਵੀ ਆਹ ਧਰਮ ਦਾ ਦੁਸ਼ਮਣ ਆ, ਉਹ ਚੱਲਦੀ ਆ ਬੇਸਿਸ ਤੇ ਹੈਗੀ। ਰੇਪ ਦੀ ਇੱਕ ਆਪਾਂ ਰੇਪ ਮੈਂਟੈਲਿਟੀ ਹੁੰਦੀ ਹੈਗੀ, ਇੱਕ ਰੇਪ ਕਲਚਰ ਹੁੰਦਾ ਜਿਹਦੇ ਅੰਦਰੋਂ ਰੇਪ ਹੁੰਦਾ। ਤੁਸੀਂ ਪੈਸਾ ਕਿਹੜੀਆਂ ਚੀਜ਼ਾਂ ਤੇ ਲਾਓਗੇ? ਤੁਸੀਂ 4 ਜਵਾਕ ਇਕੱਠੇ ਕਰਕੇ ਉਹਨਾਂ ਨੂੰ ਕਲਾਸਾਂ ਦੋਗੇ ਬਈ ਰੇਪ ਨਹੀਂ ਕਰਨਾ, ਰੇਪ ਨਹੀਂ ਕਰਨਾ, ਰੇਪ ਨਹੀਂ ਕਰਨਾ, ਐਦਾਂ ਕਿਤੇ ਰੇਪ ਖਤਮ ਕਰ। ਗਲਤ ਤਾਂ ਉਹ ਵੀ ਹੈ ਨਾ, ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾ ਕੇ ਪੈਸੇ ਲਗਾਉਂਦੇ ਆ, ਫਿਰ ਸਰਕਾਰ ਦੀ ਉਹ ਸੋਚ ਹੈਗੀ ਆ ਫਿਰ ਇਹ ਪੈਸੇ ਕਿਉਂ ਲੱਗਦੇ ਨੇ ਫਿਰ ਧਾਰਮਿਕ ਸਥਾਨਾਂ ਤੇ? ਠੀਕ ਹੈ ਧਾਰਮਿਕ ਸਥਾਨ ਹੋਣੇ ਚਾਹੀਦੇ ਨੇ, ਪਰ ਇੰਨਾ ਪੈਸਾ ਤਾਂ ਅਸੀਂ ਉਹਨਾਂ ਔਰਤਾਂ ਦੀ ਸੁਰੱਖਿਆ ਤੇ ਨਹੀਂ ਲਾਉਂਦੇ ਜਿੰਨਾ ਧਾਰਮਿਕ ਸਥਾਨਾਂ ਲਾ ਦਿੰਦੇ ਆ। ਤਾਂ ਤੁਸੀਂ ਕੋਈ ਹੱਕ ਡਿਮਾਂਡ ਨਹੀਂ ਕਰ ਸਕਦੇ, ਤੁਸੀਂ ਜਸਟਿਸ ਕਿਤੋਂ ਮੰਗੋਗੇ? ਕੋਰਟ 'ਚ ਜਾਓਗੇ। ਕੋਰਟ ਖੁਦ ਜਿਹੜੀ ਹੈਗੀ ਆ ਪਿਛਲੇ ਟਾਈਮ ਦੇ ਅੰਦਰ ਬਾਬਰੀ ਦੇ ਅੰਦਰ ਜਸਟਿਸ ਮਿਲ ਗਿਆ, ਕਸ਼ਮੀਰ ਦੇ ਅੰਦਰ ਜਿਹੜਾ ਕੁਝ ਹੋਇਆ ਉਹਦੇ ਅੰਦਰ ਜਸਟਿਸ ਮਿਲ ਗਿਆ, ਤਾਂ ਤੁਸੀਂ ਕਿਹਦੇ ਤੋਂ ਜਸਟਿਸ ਮੰਗੋਗੇ? ਇਹ ਕਿਹੜੇ ਫਿਰ ਰਾਮਰਾਜ ਦੀ ਗੱਲ ਕਰਦੇ ਨੇ? ਜੇ ਤੁਸੀਂ ਹੁਣ ਗੱਲ ਕਹਿ ਰਹੇ ਹੋ ਕਿ CM ਨੇ ਕਿਹਾ, ਫਿਰ ਇਹ ਕਿਹੜੇ ਰਾਮਰਾਜ ਦੀ ਗੱਲ ਹੁੰਦੀ ਵੀ ਆ? ਇਹਨਾਂ ਦਾ ਰਾਮਰਾਜ ਆਹੀ ਆ ਜਿਹੜਾ UP 'ਚ ਹੈਗਾ, ਉਹਨਾਂ ਦਾ ਮਾਡਲ ਆਹੀ ਆ, ਕਿਉਂਕਿ ਉਹ ਅਸਲ ਦੇ ਅੰਦਰ ਇਹ ਚੀਜ਼ ਨੂੰ ਬਿਲੀਵ ਕਰਦੇ ਨੇ ਵੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਘਰਾਂ ਤੱਕ ਸੀਮਿਤ ਹੋਣ। ਉਹ ਆਪਣੇ ਘਰ ਦੇ ਅੰਦਰ ਉਹ ਪਹਿਲਾਂ ਆਪਣੇ ਬਾਪ ਦੀ ਜੁੱਤੀ ਥੱਲੇ ਰਹਿਣ, ਉਹ ਬਾਅਦ 'ਚੋਂ ਆਪਣੇ ਹਸਬੈਂਡ ਦੀ ਜੁੱਤੀ ਥੱਲੇ ਰਹਿਣ, ਆਪਣੇ ਭਰਾ ਦੀ ਜੁੱਤੀ ਥੱਲੇ ਰਹਿਣ। ਇਹ ਉਹਨਾਂ ਦਾ ਰਾਮਰਾਜ ਦੀਆਂ ਡੈਫੀਨੇਸ਼ਨਾਂ ਹੀ ਇਹ ਨੇ। ਪੰਜਾਬ ਦੇ ਵਿੱਚ ਲਗਾਤਾਰ ਹੀ ਕਿਸਾਨਾਂ ਦਾ ਜਿਹੜਾ ਹੈ ਰੋਸ ਵੱਧਦਾ ਜਾ ਰਿਹਾ ਹੈ। ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਤੋਂ ਬਾਅਦ ਵੀ ਕਿਸਾਨਾਂ ਦਾ ਕੋਈ ਵੀ ਮੁੱਦਾ ਹੱਲ ਨਹੀਂ ਹੋਇਆ, ਤੇ ਦੂਸਰੇ ਪਾਸੇ BJP ਅੱਜ ਇੱਕ ਰੋਸ ਮਾਰਚ ਕਰ ਰਿਹਾ ਜਲੰਧਰ ਤੋਂ ਚੰਡੀਗੜ੍ਹ। ਜਾਣੀ ਕਿ ਜਲੰਧਰ ਦੇ ਵਿੱਚ ਰੋਸ ਮਾਰਚ ਇਸ ਚੀਜ਼ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਜੋ SC ਕੈਟਾਗਰੀ ਵਿੱਚ ਜੋ ਸਕਾਲਰਸ਼ਿਪ ਦਾ ਘਪਲਾ ਹੋਇਆ ਸੀ ਉਸ ਨੂੰ ਲੈ ਕੇ ਪ੍ਰੋਟੈਸਟ ਕਰ ਰਿਹਾ। ਇਹ BJP ਸਰਕਾਰ ਕਰ ਰਹੀ ਹੈ, ਪੰਜਾਬ ਦੇ ਵਿੱਚ ਕਾਂਗਰਸ ਹੈ। ਘੱਟ ਗਿਣਤੀਆਂ ਦੇ ਨਾਲ BJP ਕਹਿ ਰਹੀ ਕਿ ਅਸੀਂ ਖੜੇ ਹਾਂ ਇੱਥੇ ਜਲੰਧਰ ਵਿੱਚ ਪ੍ਰੋਟੈਸਟ ਜੋ ਹੋ ਰਿਹਾ। ਪਰ ਸਵਾਲ ਹੈ ਕਿ ਜਦੋਂ ਹਾਥਰਸ ਕਾਂਡ ਹੁੰਦਾ ਉਦੋਂ BJP ਇਹ ਪ੍ਰੋਟੈਸਟ ਕਿਉਂ ਨਹੀਂ ਕਰਦੀ? ਜਦੋਂ ਹਾਥਰਸ ਵਿੱਚ ਇੱਕ ਰੇਪ ਹੋ ਜਾਂਦਾ, ਦਲਿਤ ਕੁੜੀ ਦਾ ਰੇਪ ਹੁੰਦਾ, ਉਸ ਤੋਂ ਬਾਅਦ BJP ਪੂਰੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਕੋਈ ਰੋਸ ਮਾਰਚ ਨਹੀਂ ਕਰਦੀ। ਇਹ ਵੀ ਸਵਾਲ ਹੈ, ਤੇ ਸਭ ਤੋਂ ਵੱਡਾ ਸਵਾਲ ਹੈ ਕਿ BJP ਜੇ ਅੱਜ ਰੋਸ ਮਾਰਚ ਕਰ ਰਹੀ ਹੈ ਘੱਟ ਗਿਣਤੀਆਂ ਦੇ ਹੱਕ ਦੇ ਵਿੱਚ ਸਕਾਲਰਸ਼ਿਪ ਦੇ ਮਾਮਲੇ ਦੇ ਉੱਤੇ, ਉਸ ਸਮੇਂ BJP ਕੀ ਕਰਦੀ ਸੀ? ਸਾਡੇ ਹਸਨਪ੍ਰੀਤ ਕੌਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਨੂੰ ਕਿੱਦਾਂ ਦੇਖਣਾ ਚਾਹੀਦਾ। ਉਹ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹਮੇਸ਼ਾ ਹੀ ਜੋ ਰਾਜਨੀਤੀ ਪਾਰਟੀਆਂ ਨੇ ਉਹ ਲਾਹਾ ਲੈਣ ਵਾਸਤੇ ਕਰਦੀਆਂ ਨੇ। ਹਸਨਪ੍ਰੀਤ ਕੋਲ ਆਪਾਂ ਜਾਣਾਂਗੇ। ਹਸਨਪ੍ਰੀਤ ਜੀ, ਪਹਿਲਾਂ ਮੇਰਾ ਸਵਾਲ ਹੈ ਕਿ ਜਿਸ ਕਿਸਾਨਾਂ ਦੇ ਮੁੱਦੇ 'ਤੇ ਗੱਲ ਕੀਤੀ ਹੈ, ਤੁਹਾਨੂੰ ਕੀ ਲੱਗਦਾ ਕਿ ਵਿਦਿਆਰਥੀ ਜੋ ਸਟੂਡੈਂਟ ਹੈਗੇ ਨੇ ਉਹਨਾਂ ਦੇ ਜੋ ਕਿਸਾਨ ਪ੍ਰੋਟੈਸਟ ਕਰਦੇ ਨੇ ਉਹਨਾਂ ਵਿੱਚ ਕੀ ਭੂਮਿਕਾ ਹੈ ਵਿਦਿਆਰਥੀਆਂ ਦੀ? ਜੀ ਵਿਦਿਆਰਥੀਆਂ ਦੀ ਸਭ ਤੋਂ ਪਹਿਲੀ ਭੂਮਿਕਾ ਤਾਂ ਹੈਗੀ ਆ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਇੰਟੈਲੈਕਚੁਅਲ ਡਿਸਕਸ਼ਨ ਹੈਗੀ ਆ, ਇੰਟੈਲੈਕਚੁਅਲ ਡਿਸਕਸ਼ਨ ਨੂੰ ਤੇਜ਼ ਕਰਕੇ ਵੀ ਅਸਲ ਦੇ ਅੰਦਰ ਕਿਹੜਾ ਐਗਰੀਕਲਚਰ ਮਾਡਲ ਆ ਜਿਹੜਾ ਕਿ ਸਾਰੀਆਂ ਦਿੱਕਤਾਂ ਦਾ ਹੱਲ ਕੱਢ ਸਕਦਾ। ਹੁਣ ਆਪਾਂ ਇਹ ਬਿੱਲਾਂ ਤੋਂ ਪਹਿਲਾਂ ਦੇਖ ਲਈਏ, ਕਿਸਾਨਾਂ ਦੇ ਸੁਸਾਈਡ ਤਾਂ ਪਹਿਲਾਂ ਵੀ ਹੋ ਰਹੇ ਸੀਗੇ, ਉਹ ਤੋਂ ਪਹਿਲਾਂ ਵੀ ਪੰਜਾਬ ਸਪੈਸ਼ਲੀ ਪੂਰੇ ਇੰਡੀਆ ਦੇ ਅੰਦਰ ਗ੍ਰੀਨ ਰੈਵੋਲੂਸ਼ਨ ਜਿਹੜੀ ਵੀ ਹੋਈ ਆ ਹਰੀ ਕ੍ਰਾਂਤੀ ਤੋਂ ਬਾਅਦ ਦੇ ਅੰਦਰ, ਜਦੋਂ ਉਹਦੇ ਨੈਗੇਟਿਵ ਇਫੈਕਟਸ ਆਉਣੇ ਸ਼ੁਰੂ ਹੋਏ ਨੇ ਤਾਂ ਕਿਸਾਨਾਂ ਦੇ ਸੁਸਾਈਡ ਪੂਰੇ ਟੌਪ ਦੇ ਉੱਤੇ ਨੇਗੇ। ਤਾਂ ਇਹ ਜਿਹੜੀ ਅੱਜ ਕੱਲ੍ਹ ਦੀ ਐਗਰੀਕਲਚਰ ਪ੍ਰਣਾਲੀ ਹੈਗੀ ਆ, ਜਿਹੜੀ ਖੇਤੀਬਾੜੀ ਪ੍ਰਣਾਲੀ ਹੈ, ਇਹਦੇ ਅੰਦਰ ਤਾਂ ਕੋਈ ਸੋਲਿਊਸ਼ਨ ਹੈ ਨਹੀਂਗਾ। ਤਾਂ ਇੱਕ ਨਵੇਂ ਸੋਲਿਊਸ਼ਨ ਦੇ ਵੱਲ ਜਿਹੜਾ ਆਪਣਾ ਸੰਘਰਸ਼ ਬਹੁਤ ਸੋਹਣਾ ਸ਼ੁਰੂ ਹੋਇਆ ਉਹਨੂੰ ਲੈ ਕੇ ਜਾਣ ਦੇ ਲਈ ਵਿਦਿਆਰਥੀਆਂ ਨੂੰ ਇਹਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਮੋਢਾ ਦੇ ਮੋਢਾ ਜੋੜ ਕੇ ਇੰਟੈਲੈਕਚੁਅਲੀ ਵੀ ਤੇ ਸੜਕਾਂ ਦੇ ਉੱਤੇ ਵੀ ਆ ਕੇ ਕੰਮ ਕਰਨ ਦੀ ਲੋੜ ਹੈ। ਜਿਵੇਂ ਮੈਂ ਸੁਣਿਆ ਵੀ ਕਾਫੀ PRSU ਜਿਵੇਂ ਹੈਗੀ ਆ, ਉਹ ਜਾ ਕੇ ਫਿਲਮਾਂ ਵਗੈਰਾ ਦਿਖਾਉਂਦੇ ਨੇ ਕਿਸਾਨ
ਜਿੱਥੇ ਵੀ ਧਰਨੇ ਹੋ ਰਹੇ ਨੇ, ਇਹ ਤੋਂ ਬਿਨਾਂ ਆਪਣੇ ਵੀ ਇੱਥੇ ਜਿਹੜੇ ਨੇੜੇ ਤੇੜੇ ਧਰਨੇ ਹੋ ਰਹੇ ਨੇ, ਆਪਾਂ ਉਹਨਾਂ ਦੇ ਨਾਲ ਆਰਗੇਨਾਈਜ਼ਿੰਗ 'ਚ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਦੇਖਦੇ ਹਾਂ ਵੀ ਐਕਚੁਅਲੀ ਲੋਕਾਂ ਦਾ ਸਤਰ ਕਿੱਥੇ ਆ। ਇੱਕ ਜਿਹੜੀ ਬਹੁਤ ਸੋਹਣੀ ਗੱਲ ਹੋਈ ਆ ਪੂਰੇ ਪੰਜਾਬ ਦੇ ਅੰਦਰ, ਜਿੰਨੀ ਕੁ ਲੋਕਾਂ ਦੀ ਪੋਲੀਟੀਕਲ ਇਹਦੇ ਅੰਦਰ ਚੇਤਨਾ ਵਧੀ ਆ। ਜਵਾਕ, ਛੋਟੇ ਛੋਟੇ ਜਵਾਕਾਂ ਦੀਆਂ ਵੀਡੀਓਜ਼ ਆ ਰਹੀਆਂ ਨੇ, ਉਹਨਾਂ ਨੂੰ ਅੰਬਾਨੀ ਅਡਾਨੀ ਦਾ ਪਤਾ, ਉਹਨਾਂ ਨੂੰ ਐ ਪਤਾ ਵੀ ਉਹ ਕਿਸਾਨਾਂ ਦੇ ਐਂਟੀ ਨੇ, ਉਹ ਕਿਸਾਨਾਂ ਦੇ ਦੁਸ਼ਮਣ ਨੇ। ਤੇ ਉਹ ਬਹੁਤ ਸੋਹਣੀ ਗੱਲ ਆ, ਕਿਉਂਕਿ ਜਦੋਂ ਆਪਾਂ ਮਲਟੀਨੈਸ਼ਨਲ ਕਾਰਪੋਰੇਟਾਂ ਨੂੰ ਦੁਸ਼ਮਣ ਸਾਧ ਰਹੇ ਹਾਂ, ਫਿਰ ਆਪਾਂ ਨੂੰ ਇਹ ਵੀ ਪਤਾ ਚੱਲੂਗਾ ਵੀ ਜਿਹੜਾ ਗ੍ਰੀਨ ਰੈਵੋਲੂਸ਼ਨ ਆ ਉਹ ਕਿਵੇਂ ਕਿਸਾਨਾਂ ਦਾ ਦੁਸ਼ਮਣ ਸੀਗਾ। ਜਿਹੜੀ ਇਹ ਸਾਰੀ ਐਗਰੀਕਲਚਰ ਪ੍ਰਣਾਲੀ ਜਿਹੜੀ ਸ਼ੁਰੂ ਕੀਤੀ ਹੋਈ ਆ ਉਹ ਕਿਵੇਂ ਕਿਸਾਨਾਂ ਦੀ ਦੁਸ਼ਮਣ ਆ। ਤੇ ਉਹਦੇ 'ਚੋਂ ਆਪਾਂ ਸਿੱਧੇ ਜਿਹੜਾ ਇੱਕ ਸਹੀ ਢਾਂਚਾ ਹੈਗਾ, ਇੱਕ ਸਹੀ ਇਕਨੋਮਿਕ ਢਾਂਚਾ ਹੈਗਾ, ਉਹਦੇ ਵੱਲ ਜਾਵਾਂਗੇ। ਤੇ ਉਹਦੇ ਵਿੱਚ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਰਹੂਗੀ, ਕਿਉਂਕਿ ਵਿਦਿਆਰਥੀਆਂ ਨੇ ਇਹਨਾਂ ਚੀਜ਼ਾਂ 'ਚ ਰਿਸਰਚਾਂ ਕਰਨੀਆਂ ਨੇ। ਵਿਦਿਆਰਥੀਆਂ ਨੇ ਇਹਦੇ ਵਿੱਚ ਜਿਹੜੇ ਲੋਕ ਅਸਲ ਦੇ ਗਰਾਊਂਡ ਦੇ ਉੱਤੇ ਖੇਤੀਬਾੜੀ ਕਰ ਰਹੇ ਨੇ, ਉਹਨਾਂ ਦੇ ਨਾਲ ਵਾਰਤਾਲਾਪ ਕਰਕੇ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ, ਤੇ ਉਹ ਵਿਦਿਆਰਥੀਆਂ ਦੀ ਮੇਨ ਭੂਮਿਕਾ ਆ। ਹੁਣ ਤੁਸੀਂ ਵਿਦਿਆਰਥੀ ਦੀ ਭੂਮਿਕਾ ਵੀ ਦੱਸੀ ਹੈ। ਹੁਣ ਕੁਝ 2 ਦਿਨ ਪਹਿਲਾਂ ਇੱਕ ਸੈਸ਼ਨ ਸੀ ਜਦੋਂ ਦੂਸਰਾ, ਉਸ ਤੋਂ ਬਾਅਦ ABVP ਪ੍ਰੋਟੈਸਟ ਕਰਦੀ ਹੈ ਕਿ ਸਕਾਲਰਸ਼ਿਪ ਦੇ ਮਾਮਲੇ ਉੱਤੇ ਸੈਸ਼ਨ ਚੱਲਦਾ ਪਿਆ ਸੀ। ਤੁਹਾਨੂੰ ਕੀ ਲੱਗਦਾ ਕਿ ABVP ਪ੍ਰੋਟੈਸਟ ਕਿਉਂ ਕਰਨ ਗਈ ਸੀ, ਕਿ ਸਿਰਫ ਇੱਕ ਭਟਕਾਇਆ ਜਾ ਰਿਹਾ ਸੀ? ABVP ਦਾ ਇੱਕ ਸਿੰਪਲ ਜਿਹਾ ਗਾਈਡ ਆ, ਜਿਹੜੇ ਪੂਰੇ ਇੰਡੀਆ ਦੇ ਅੰਦਰ ਜਿਹੜੀਆਂ ਸਟੇਟਾਂ ਦੇ ਅੰਦਰ BJP ਦੀ ਜਿਹੜੀ ਸਰਕਾਰ ਹੈ ਉਹ ਨਹੀਂ ਹੈਗੀ, ਤਾਂ ਉਹਦੇ ਉਹ ਕੁਝ ਮੇਨ ਸਟ੍ਰੀਮ ਮੁੱਦੇ ਚੱਕਦੇ ਆ, ਉਹਨਾਂ ਮੇਨ ਸਟ੍ਰੀਮ ਮੁੱਦਿਆਂ ਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਦੇ ਉੱਤੇ ਉਹ ਸੋ ਕਾਲਡ ਸੰਘਰਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਦੇ ਵਿੱਚੋਂ ਆ ਸਿੱਟਾ ਜੇ ਆਪਾਂ ਕੱਢੀਏ ਵੀ ਉਹਨਾਂ ਦੀ ਕੋਈ ਦਲਿਤ ਸਟੂਡੈਂਟਸ ਦੇ ਨਾਲ ਜਾਂ ਕੁੜੀਆਂ ਦੇ ਨਾਲ ਕੋਈ ਹਮਦਰਦੀ ਆ, ਤਾਂ ਉਹ ਬਹੁਤ ਹੀ ਬੇਬੁਨਿਆਦੀ ਜੀ ਗੱਲ ਆ। ABVP ਬੇਸਿਕਲੀ RSS ਦਾ ਇੱਕ ਵਿੰਗ ਆ। ਹੁਣ RSS ਦੀ ਦਲਿਤਾਂ ਨੂੰ ਲੈ ਕੇ ਕੀ ਅੰਡਰਸਟੈਂਡਿੰਗ ਆ, ਉਹ ਕਹਿੰਦੇ ਨੇ ਵੀ ਜਿਹੜਾ ਇਹ ਜਾਤੀਵਾਦ ਦਾ ਸਾਰਾ ਢਾਂਚਾ ਚੱਲਦਾ ਆ ਰਿਹਾ ਹੈਗਾ ਉਹ ਬਹੁਤ ਸੋਹਣੀ ਗੱਲ ਆ, ਇੰਡੀਆ ਦਾ ਬਹੁਤ ਵੱਡਾ ਸ਼ਿੰਗਾਰ ਹੈਗਾ, ਤੇ ਉਹਦੇ ਵਿੱਚੋਂ ਦਲਿਤਾਂ ਦੀ ਅਨਟੱਚੇਬਿਲਿਟੀ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜਿਹੜੀਆਂ ਔਰਤਾਂ ਨੇਗੀਆਂ, ਔਰਤਾਂ ਦੇ ਕੋਲ ਇਕੁਅਲ ਰਾਈਟਸ ਨਹੀਂ ਹੋਣੇ ਚਾਹੀਦੇ, ਉਹ ਸੈਕੰਡ ਗ੍ਰੇਡ ਸਿਟੀਜ਼ਨਸ ਹੋਣੀਆਂ ਚਾਹੀਦੀਆਂ ਨੇ। ਸਾਰਾ ਕੁਝ RSS ਦਾ ਰਿਟਨ ਉਹਨਾਂ ਦੀ ਆਈਡੀਓਲੋਜੀ ਆ, ਜਿਹਨੂੰ BJP ਤੇ ABVP ਦੋਨੇ ਫੋਲੋ ਕਰਦੇ ਨੇ। ਤਾਂ ਉਹਦੇ ਵਿੱਚੋਂ ਉਹਨਾਂ ਦਾ ਕੋਈ ਮਿੱਤ ਨਹੀਂ ਹੈਗਾ, ਨਾ ਦਲਿਤ ਨੇ ਨਾ ਔਰਤਾਂ ਨੇ। ਯੋਗੀ ਕਹਿੰਦਾ ਆ ਵੀ ਹਾਥਰਸ ਵਾਲਾ ਇਨਸੀਡੈਂਟ ਤੋਂ ਬਾਅਦ ਵਿੱਚ ਉਹਦਾ ਬਿਆਨ ਆਉਂਦਾ ਵੀ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਘਰੋਂ ਸੰਸਕਾਰ ਨਹੀਂ ਮਿਲਦੇ, ਤਾਂ ਕਰਕੇ ਕੁੜੀਆਂ ਦੇ ਨਾਲ ਇਹੋ ਜਿਹਾ ਕੁਝ ਹੁੰਦਾ, ਤਾਂ ਕਰਕੇ ਕੁੜੀਆਂ ਨੂੰ ਪੁਲਿਸ ਜਿਹੜੀ ਹੈਗੀ ਆ ਉਹ ਰਾਤ ਨੂੰ ਜਲਾ ਦਿੰਦੀ ਹੈਗੀ, ਤਾਂ ਕਰਕੇ ਉਹਨਾਂ ਦੇ ਨਾਲ ਗੈਂਗ ਰੇਪਸ ਹੁੰਦੇ ਨੇਗੇ। ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ, ਉਹਨਾਂ ਦੇ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਵੀ ਉਹ ਆਪਣੇ ਆਪ ਆਪਣੀ ਇੰਟੈਲੈਕਟ ਦੇ ਨਾਲ ਕੋਈ ਡਿਸੀਜਨ ਕਰ ਸਕਣ। ਤਾਂ ਇਹੋ ਜਿਹੀਆਂ ਸਰਕਾਰਾਂ ਦੇ ਸਟੂਡੈਂਟ ਵਿੰਗ ਜਿਹੜੀ ABVP ਹੈਗੀ ਆ, ਉਹ ਕਦੇ ਵੀ ਲੋਕਾਂ ਦੇ ਨਾਲ ਕੋਈ ਸਿੰਪਥੀ ਨਹੀਂ ਹੈਗੀ। ਉਹ ਸਿਰਫ ਔਰ ਸਿਰਫ ਮੁੱਦੇ ਚੱਕਣ ਵਾਸਤੇ ਜੀ, ਜੇ ਲੋਕ ਪ੍ਰੋਟੈਸਟ ਕਰ ਰਹੇ ਨੇ, ਨਹੀਂ ਲੋਕ ਨਹੀਂ ਪ੍ਰੋਟੈਸਟ ਕਰ ਰਹੇ, ਕਾਂਗਰਸ ਭੜਕਾ ਰਹੀ ਆ। ਪੂਰੇ ਦੇ ਪੂਰੇ ਪੰਜਾਬ ਦੇ, ਹਰਿਆਣੇ ਦੇ ਜਿਹੜੇ ਕਿਸਾਨਾਂ ਦੇ ਮੁੱਦੇ ਨੇ, ਉਹਨਾਂ ਨੂੰ ਸਿਰਫ ਔਰ ਸਿਰਫ ਕਾਂਗਰਸ ਦੀ ਓਪੋਜੀਸ਼ਨ ਤੱਕ ਲਿਮਿਟ ਕਰਤਾ ਹੈ, ਜਦੋਂ ਕਿ ਗਰਾਊਂਡ ਬਿਲਕੁਲ ਹੀ ਅੱਡ ਹੈ। ਤੁਸੀਂ ਗਰਾਊਂਡ ਤੇ ਜਾਓਗੇ, ਕਿਸਾਨ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਨੇ, ਉਹਦੇ ਅੰਦਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਉਹਦੇ ਅੰਦਰ ਹਰ ਘਰ ਚੋਂ ਔਰਤਾਂ ਗਈਆਂ ਹੋਈਆਂ ਨੇ, ਜਵਾਕ ਗਏ ਹੋਏ ਨੇ। ਇਹ ਤੋਂ ਬਿਨਾਂ ਇੱਕ ਹੋਰ ਬਹੁਤ ਹੀ ਬੇਵਕੂਫੀ ਵਾਲੀ ਗੱਲ ਹੈ ਵੀ ਸਿਰਫ ਐ ਲੱਗ ਰਿਹਾ ਵੀ ਇਕੱਲੇ ਪੰਜਾਬ ਦੇ ਕਿਸਾਨ ਹੀ ਪ੍ਰੋਟੈਸਟ ਕਰ ਰਹੇ ਨੇ, ਜਦੋਂ ਕਿ 20 ਤੋਂ ਵੱਧ ਸਟੇਟਾਂ ਦੇ ਜਿਹੜੇ ਫਾਰਮਰਸ ਹੈਗੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਤੇ ਉਹ ਕਿਉਂ ਨਹੀਂ ਆ ਰਿਹਾ ਬਾਰੇ? ਕਿਉਂਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਹੈ। ਹਰਿਆਣੇ ਦੇ ਪੀਪਲੀ ਦੇ ਅੰਦਰ ਜਿੱਡਾ ਵੱਡਾ ਧਰਨਾ ਹੋਇਆ, ਜਿੰਨਾ ਜ਼ਿਆਦਾ ਉੱਥੇ ਲੋਕਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਅਤਿਆਚਾਰ ਹੋਇਆ, ਉਹ ਤੋਂ ਬਾਅਦ 'ਚ ਦੂਸ਼ਣ ਚੌਟਾਲਾ ਦੇ ਘਰ ਨੂੰ ਜਦੋਂ ਘੇਰਿਆ, ਸਿਰਸੇ ਦੇ ਬਾਹਰ ਜਿਹੜੇ ਸੀਗੇ ਕਿਸਾਨ, ਉਹਨਾਂ ਦੇ ਉੱਤੇ ਟੀਅਰ ਗੈਸ ਸ਼ੈਲਿੰਗ ਕੀਤੀ ਗਈ। ਤਾਂ ਇਹ ਤਾਂ ਹੈ ਨਹੀਂ ਵੀ ਹਰਿਆਣੇ ਦੇ ਕਿਸਾਨ ਨਹੀਂ ਕਰ ਰਹੇ ਹੈਗੇ ਪ੍ਰੋਟੈਸਟ, ਪਰ ਉਹ ਪ੍ਰੋਟੈਸਟ ਨੂੰ ਨਾ ਤਾਂ ਉੱਥੇ ਕੋਈ ਰੈਕਗਨੀਸ਼ਨ ਹੈ ਨਾ ਕੁਝ ਹੋਰ ਆ। ਕਿਉਂਕਿ ਉੱਥੇ BJP ਦੀ ਸਰਕਾਰ ਆ। ਤਾਂ ABVP ਦੀ ਇਹੀ ਗਾਈਡਲਾਈਨ ਆ ਜਿਹਦੇ ਕਰਕੇ ਉਹ ਆਹ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਵੀ ਹੈਗਾ ਇਹਨੂੰ ਉਠਾ ਰਹੇ ਨੇ। ਆਲਦੋ ਇਹ ਮੁੱਦਾ ਉਠਾਉਣ ਵਾਲਾ ਹੈ, ਪਰ ABVP ਦੀ ਕੋਈ ਇੰਟੈਂਸ਼ਨ ਹੀ ਨਹੀਂ ਹੈਗੀ ਵੀ ਦਲਿਤਾਂ ਨੂੰ ਧੱਕਾ ਹੋ ਰਿਹਾ ਤਾਂ ਕਰਕੇ ਆਪਾਂ ਇਹ ਮੁੱਦਾ ਉਠਾਈਏ। ਹੁਣ ਜਿਸ ਤਰ੍ਹਾਂ ਜਲੰਧਰ ਤੋਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ BJP ਵਾਲੇ ਪਾਸੋਂ, ਚੰਡੀਗੜ੍ਹ ਨੂੰ ਆ ਰਹੇ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਸਕਾਲਰਸ਼ਿਪ ਤੇ ਕੱਢਿਆ ਜਾ ਰਿਹਾ ਘੱਟ ਗਿਣਤੀਆਂ ਦੇ ਵਿੱਚ? BJP ਨੇ ਹਿੰਦੁਸਤਾਨ ਦੇ ਵਿੱਚ ਕਿਤੇ ਪ੍ਰੋਟੈਸਟ ਨਹੀਂ ਕੀਤਾ ਜਦੋਂ ਹਾਥਰਸ ਦਾ ਕੇਸ ਹੁੰਦਾ, ਫਿਰ ਇਹ ਪੰਜਾਬ 'ਚ ਕਿਉਂ ਕਰ ਰਹੀ ਹੈ? ਦੇਖੋ, ਹਾਥਰਸ ਨੂੰ ਲੈ ਕੇ ਤਾਂ BJP ਦਾ ਇਹ ਕਹਿਣਾ ਵੀ ਜੀ ਰੇਪ ਹੋਇਆ ਹੀ ਹੈ ਨੀਗਾ। ਉਹ ਕਹਿ ਰਹੇ ਨੇ ਵੀ ਇਹ ਕੋਈ ਮੁੱਦਾ ਹੀ ਨਹੀਂ। UP ਉਹਨਾਂ ਦਾ ਇੱਕ ਹਿੰਦੂ ਰਾਸ਼ਟਰ ਦਾ ਮਾਡਲ ਆ, ਜਿਹੜਾ ਮਾਡਲ ਉਹਨਾਂ ਨੇ ਪੂਰੇ ਦੇਸ਼ ਨੂੰ ਪੇਸ਼ ਕਰਨਾ। ਪੰਜਾਬ ਦੇ ਅੰਦਰ ਉਹਨਾਂ ਦੇ ਹਿੰਦੂ ਰਾਸ਼ਟਰ ਦੇ ਪੈਰ ਨਹੀਂ ਲੱਗ ਰਹੇ ਹੈਗੇ। ਜਦੋਂ ਜਿੱਥੇ ਤੁਹਾਡੇ ਪੈਰ ਨਹੀਂ ਲੱਗਦੇ ਹੁੰਦੇ, ਉੱਥੇ ਤੁਹਾਨੂੰ ਜਿਹੜਾ ਵੀ ਮੁੱਦਾ ਤੁਹਾਡੇ ਹੱਥ 'ਚ ਆਉਂਦਾ, ਤੁਸੀਂ ਉਹਨੂੰ ਫੜ ਕੇ ਜੀ ਹਾਹਾਕਾਰ ਮਚਾਉਣ ਦੀ ਕੋਸ਼ਿਸ਼ ਕਰਦੇ ਹੋਗੇ। ਤਾਂ ਉਹਦੇ ਵਿੱਚੋਂ ਇੱਕ ਮੁੱਦਾ ਉਹਨਾਂ ਨੇ ਫੜ ਕੇ ਉਹਨੂੰ ਲੈ ਕੇ, ਕਿਉਂਕਿ ਹੁਣ ਕਿਸਾਨਾਂ ਦਾ ਵੀ ਧਰਨਾ ਚੱਲ ਰਿਹਾ, ਬਹੁਤ ਸਾਰੀ ਚੀਜ਼ਾਂ ਚੱਲ ਰਹੀਆਂ ਨੇ, ਤਾਂ ਉਹਦੇ ਵਿੱਚੋਂ ਉਹਨਾਂ ਨੇ ਵੀ ਆਪਣੀ ਇੱਕ ਆਡੀਅנס ਇਕੱਠੀ ਕਰਨੀ ਹੈਗੀ। ਤਾਂ ਉਹਦੇ ਵਿੱਚ ਜਿਹੜੇ ਦਲਿਤ ਲੋਕ ਹੈਗੇ ਨੇਗੇ, ਉਹਨਾਂ ਨੂੰ ਨੇੜੇ ਲਾਉਣ ਵਾਸਤੇ ਬੇਸਿਕਲੀ ਇਹ ਇੱਕ ਤੁਸੀਂ ਕਹਿ ਰਹੇ ਸ਼ੋਅ ਰਚ ਰਹੇ ਨੇ। ਤੇ ਇਹ ਸ਼ੋਅ ਜਿਹੜੇ ਹੈਗੇ ਨੇ ਪਹਿਲਾਂ ਵੀ ਪੰਜਾਬ ਦੇ ਅੰਦਰ ਵਾਵਾ ਰਚੇ ਗਏ ਨੇਗੇ। ਪਿੱਛੇ ਜੇ ਇਹਨਾਂ ਨੇ ਹੁਣ ਆ ਫਾਰਮ, ਤੁਹਾਨੂੰ ਲੱਗਦਾ ਜਿਸ ਤਰ੍ਹਾਂ ਅੱਜ BJP ਪ੍ਰੋਟੈਸਟ ਕਰ ਰਹੀ ਹੈ ਸਕਾਲਰਸ਼ਿਪ ਦੇ ਮੁੱਦੇ ਲੈ ਕੇ, ਇਹ 2022 ਦੇ ਵਿੱਚ ਜਾ ਕੇ ਇਹਨਾਂ ਨੂੰ ਫਾਇਦਾ ਮਿਲੇਗਾ ਕਿਤੇ? ਦੇਖੋ, ਹੁਣ ਮੈਂ ਜੇ ਆਪਣਾ ਪਰਸਨਲੀ ਓਪੀਨੀਅਨ ਦੇਵਾਂ ਤਾਂ
ਜਿੰਨਾ ਕੁ ਜ਼ਿਆਦਾ ਇਹਨਾਂ ਨੇ ਨੁਕਸਾਨ ਕਰਤਾ ਆ, ਇਹ ਜਿੰਨੇ ਮਰਜ਼ੀ ਮੁੱਦਿਆਂ ਦੇ ਉੱਤੇ ਧਰਨੇ ਲਾਈ ਜਾਣ, ਪ੍ਰੋਟੈਸਟਾਂ ਕਰੀ ਜਾਣ, ਲੋਕਾਂ ਦੇ ਅੰਦਰੋਂ ਇਹਨਾਂ ਦੀ ਕ੍ਰੈਡੀਬਿਲਿਟੀ ਜ਼ੀਰੋ ਆ। ਜਦੋਂ ਹਰ ਕੋਈ ਕਹਿ ਰਿਹਾ ਹੈਗਾ ਵੀ ਮੋਦੀ ਦੇ ਕਰਕੇ ਅਸੀਂ ਸੜਕਾਂ ਦੇ ਉੱਤੇ ਬੈਠੇ ਆ, ਮੋਦੀ ਦੇ ਕਰਕੇ ਸਾਡੀ ਜਿਹੜੀ ਕਿਸਾਨੀ ਹੈਗੀ ਆ ਉਹਦਾ ਬੇੜਾ ਬੈਠ ਰਿਹਾ, ਮੋਦੀ ਕਰਕੇ ਸਾਡੇ ਘਰਾਂ ਦੇ ਅੰਦਰ ਆਉਣ ਵਾਲੇ ਟਾਈਮ ਦੇ ਅੰਦਰ ਖਾਣ ਦੇ ਲਾਲੇ ਪੈ ਜਾਣਗੇ, ਤਾਂ ਸਾਰਿਆਂ ਨੂੰ ਪਤਾ ਹੈ ਵੀ ਬੀਜੇਪੀ, ABVP, ਮੋਦੀ ਕੀ ਚੀਜ਼ ਨੂੰ ਰੈਪਰੈਜ਼ੈਂਟ ਕਰਦੇ ਨੇ। ਤਾਂ ਉਹਦੇ ਵਿੱਚੋਂ ਆ ਛੋਟੇ-ਮੋਟੇ ਮੁੱਦੇ ਕੈਸ਼ ਕਰਕੇ ਜੇ ਉਹ ਵੋਟਾਂ 'ਚ ਤਬਦੀਲ ਹੋ ਜਾਣ, ਉਹ ਲੋਕਾਂ ਦੀ ਸਿੰਪੈਥੀ 'ਚ ਤਬਦੀਲ ਹੋ ਜਾਣ, ਤਾਂ ਐਡੀਆਂ ਸੌਖੀਆਂ ਗੱਲਾਂ ਨਹੀਂ ਹੁੰਦੀਆਂ। ਬੀਜੇਪੀ ਦੇ ਹੁਣ ਵੀ ਜੋ ਪੰਜਾਬ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਜਿੱਤ ਲਾਂਗੇ 2022 ਦੇ ਵਿੱਚ, ਇੱਕ ਠੋਕ ਕੇ ਕਹਿ ਰਹੇ ਨੇ। ਕਿਸ ਵਿਸ਼ਵਾਸ ਨਾਲ ਕਹਿ ਰਹੇ ਨੇ ਕਿ ਵਾਕਈ ਉਹਨਾਂ ਨੂੰ ਬੀਜੇਪੀ ਨੂੰ ਕਿਤੇ ਸਾਥ ਮਿਲਦਾ ਪੰਜਾਬ ਦੇ ਵਿੱਚ, ਜਾਂ ਇੱਕ ਖੋਖਲਾ ਦਾਅਵਾ ਦਿਖਾ ਦੇ ਨੇ? ਦੇਖੋ, ਪੰਜਾਬ ਦੇ ਅੰਦਰ ਵੀ ਤੇ ਪੂਰੇ ਇੰਡੀਆ ਦੇ ਅੰਦਰ ਵੀ ਜਿਹੜੀ ਇਹ ਪਾਰਲੀਮੈਂਟਰੀ ਪੋਲਿਟਿਕਸ ਹੁੰਦੀ ਆ ਨਾ, ਇਹ ਕੋਈ ਲੋਕਾਂ ਨੂੰ ਨੇੜੇ ਲਾ ਕੇ ਜਾਂ ਲੋਕਾਂ ਦੀ ਭਲਾਈ ਦਾ ਕੰਮ ਕਰਕੇ ਨਹੀਂ ਕੀਤੀ ਜਾਂਦੀ ਹੁੰਦੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਵੋਟਾਂ ਕਿਵੇਂ ਪੈਂਦੀਆਂ ਨੇ। ਵੋਟਾਂ ਮਹੀਨੇ 2 ਮਹੀਨੇ ਪਹਿਲਾਂ, ਜਿਵੇਂ ਚਾਹੇ ਸਰਪੰਚੀ ਦੀਆਂ ਵੋਟਾਂ ਹੋਣ, MP MLA ਦੀਆਂ ਵੋਟਾਂ ਹੋਣ, ਫ੍ਰੀ ਬੈਨੀਫਿਟਸ ਦੇ ਕੇ, ਸ਼ਰਾਬਾਂ ਪਿਆ ਕੇ, ਬਹੁਤ ਸਾਰਾ ਇਹੋ ਜਿਹੇ ਤਰੀਕੇ ਅਪਣਾ ਕੇ ਉਹ ਵੋਟਾਂ ਪੈਂਦੀਆਂ ਨੇ। ਤਾਂ ਇਹ ਕੋਈ ਇੱਕ ਆਪਾਂ ਕਹਾਂਗੇ ਵੀ ਨਾ ਬਹੁਤ ਵੱਡਾ ਪੈਰਾਮੀਟਰ ਨਹੀਂ ਹੁੰਦਾ ਹੈਗਾ ਵੀ ਜਿੰਨੀ ਜ਼ਿਆਦਾ ਉਹਨਾਂ ਦੀ ਲੋਕਾਂ 'ਚ ਵਾਹੀ ਆ ਉਹ ਵੋਟਾਂ 'ਚ ਟਰਾਂਸਲੇਟ ਹੋ ਜੂਗੀ, ਇੱਦਾਂ ਦਾ ਕੁਝ ਨਹੀਂ। ਤੇ ਉਹਨਾਂ ਨੇ ਕਹਿਣਾ ਤਾਂ ਹੁਣ ਹੈਗਾ ਹੀ ਆ ਵੀ ਅਸੀਂ ਪੰਜਾਬ ਜਿੱਤ ਲਾਂਗੇ ਬੀਜੇਪੀ ਦਾ। ਤਾਂ ਮੈਂ ਪੰਜਾਬ, ਇਹ ਮੈਨੂੰ ਲੱਗਦਾ ਬੇਬੁਨਿਆਦੀ ਜੀ ਗੱਲ ਹੈ ਵੀ ਬੀਜੇਪੀ ਵੋਟਾਂ 'ਚ ਵੀ ਪੰਜਾਬ ਜਿੱਤ ਲੂਗੀ, ਮੈਨੂੰ ਐਡਾ ਵੀ ਨਹੀਂ ਲੱਗਦਾ ਹੈਗਾ। ਲੋਕਾਂ ਦੇ ਦਿਲ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਇੱਥੇ ਜਿੰਨਾ ਜ਼ਿਆਦਾ ਪੰਜਾਬ ਦਾ ਇੱਕ ਹਿਸਟੋਰੀਕਲੀ ਜਿਹੜੀ ਇੱਥੇ ਮੂਵਮੈਂਟਾਂ ਰਹੀਆਂ ਨੇ ਨਾ, ਤਾਂ ਇੱਥੇ ਕਮਿਊਨਲਾਈਜੇਸ਼ਨ ਉਸ ਤਰੀਕੇ ਦੀ ਜਿਹੜੀ ਬੀਜੇਪੀ ਦੀ ਪੋਲਿਟਿਕਸ ਆ ਨਾ, ਉਹ ਚੱਲਦੀ ਉਹ ਹਿੰਦੂ ਮੁਸਲਮਾਨ ਦੇ ਬੇਸਿਸ ਤੇ ਆ। ਉਹ ਚੱਲਦੀ ਉਹ ਆ ਵੀ ਆਹ ਧਰਮ ਦਾ ਦੁਸ਼ਮਣ ਆ, ਉਹ ਚੱਲਦੀ ਆ ਬੇਸਿਸ ਤੇ ਹੈਗੀ। ਤੇ ਪੰਜਾਬ ਦੀ ਜਿਹੜੀਆਂ ਮੂਵਮੈਂਟਾਂ ਰਹੀਆਂ ਨੇ, ਉਹ ਮੂਵਮੈਂਟਾਂ ਦੇ ਅੰਦਰ ਇੱਕ ਬਹੁਤ ਹੀ ਸਪੈਸੀਫਿਕ ਹੋ ਰਿਹਾ ਵੀ ਠੀਕ ਹੈ, ਇੱਕ ਧਰਮ ਦਾ ਵੀ ਹਾਵੀ ਰਿਹਾ, ਪਰ ਨਾਲ ਦੀ ਨਾਲ ਇਕਨੋਮਿਕ ਇਸ਼ੂਜ਼ ਵੀ ਰਹੇ ਨੇ। ਇੱਥੇ ਆਪਾਂ ਕਹਾਂਗੇ ਨਕਸਲਬਾੜੀ ਦੀ ਜਦੋਂ ਮੂਵਮੈਂਟ ਹੋਈ ਆ, ਉਦੋਂ ਵੀ ਪੰਜਾਬ ਦੇ ਅੰਦਰ ਬਹੁਤ ਭਰਮਾਰ ਰਿਹਾ ਹੈਗਾ। ਉਦੋਂ ਬਾਅਦ ਦੇ ਅੰਦਰ 84 ਵੇਲੇ ਇੱਥੇ ਕਿੰਨੀ ਜ਼ਿਆਦਾ ਮਿਲੀਟੈਂਸੀ ਰਹੀ ਆ। ਤਾਂ ਉਹ ਸਾਰੇ ਮੂਵਮੈਂਟਾਂ ਦਾ ਵੀ ਇੱਕ ਪ੍ਰਭਾਵ ਆ ਵੀ ਲੋਕਾਂ ਦੀ ਪੋਲੀਟੀਕਲ ਮਾਨਸਿਕਤਾ ਬਹੁਤ ਜ਼ਿਆਦਾ ਉੱਚੀ ਆ। ਤੁਹਾਨੂੰ ਕੀ ਲੱਗਦਾ ਬੀਜੇਪੀ ਦੀ ਸਰਕਾਰ ਹੈ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ, ਫਿਰ ਪੰਜਾਬ ਕਿਹੋ ਜਿਹੀ ਆਪਣੀ ਭੂਮਿਕਾ ਚੁਣਦੇ ਆ? ਪੰਜਾਬ ਇਹ ਇੱਥੇ ਜਾ ਕੇ ਕਿਸ ਤਰੀਕੇ ਨਾਲ ਸਟੈਂਡ ਕਰਦਾ ਹੈ? ਸਰਕਾਰਾਂ ਦੇ ਨਾਲ ਮਤਲਬ ਜਿਹੜੇ ਸਟੇਟਾਂ ਦੇ ਅੰਦਰ ਬੀਜੇਪੀ ਦੀ ਸਰਕਾਰ ਆ, ਉਹਨਾਂ ਸਟੇਟਾਂ ਦਾ ਤਾਂ ਬਦ ਤੋਂ ਬੱਤਰ ਹਾਲ ਹੋਇਆ ਪਿਆ। ਤੁਸੀਂ ਯੂਪੀ ਦਾ ਦੇਖ ਲਓ, ਤਾਂ ਯੂਪੀ ਵਾਲਿਆਂ ਨੇ ਸਟੇਟ ਵਿੱਚ ਵੀ ਬੀਜੇਪੀ ਆ, ਸੈਂਟਰ 'ਚ ਬੀਜੇਪੀ ਆ, ਯੂਪੀ 'ਚ ਕਿੰਨਾ ਕੁ ਵਿਕਾਸ ਹੋ ਗਿਆ। ਤਾਂ ਪੰਜਾਬ ਜਿਹੜੀ ਭੂਮਿਕਾ ਹੈਗਾ ਆ, ਉਹ ਪੰਜਾਬ ਤਾਂ ਸਰਕਾਰਾਂ ਤੋਂ ਭੂਮਿਕਾ ਚੁਣੀ ਨਹੀਂ ਰਿਹਾ। ਪੰਜਾਬ ਨੇ ਜਿਹੜੇ ਪਿਛਲੇ ਟਾਈਮ ਦੇ ਅੰਦਰ ਆਪਣਾ ਇੱਕ ਆਲਟਰਨੇਟਿਵ ਮੂਵਮੈਂਟ ਦਾ ਜਿਹੜਾ ਮਾਡਲ ਦਿਖਾਇਆ ਹੈਗਾ, ਉਹ ਤਾਂ ਸੜਕਾਂ ਦੇ ਉੱਤੇ ਆ ਕੇ ਆਪਣੇ ਹੱਕ ਮੰਗ ਰਿਹਾ। ਤਾਂ ਮੈਨੂੰ ਇਹ ਨਹੀਂ ਲੱਗਦਾ ਹੈਗਾ ਵੀ ਅੱਜ ਦੇ ਟਾਈਮ ਦੇ ਉੱਤੇ ਵੀ ਜਿਹੜੇ ਲੋਕ ਵੀ ਨੇਗੇ ਨਾ, ਉਹਨਾਂ ਨੂੰ ਵੀ ਇਹ ਕੋਈ ਆਸ ਆ ਵੀ ਕਾਂਗਰਸ ਕੁਝ ਕਰ ਦੂਗੀ ਜਾਂ ਆਪ ਕੁਝ ਕਰ ਦੂਗੀ। ਅਗਲੇ ਧਰਨਿਆਂ ਦੇ ਉੱਤੇ ਅਨਾਉਂਸ ਕਰਦੇ ਆ ਵੀ ਜੇ ਕੋਈ ਪੋਲੀਟੀਕਲ ਪਾਰਟੀ ਦਾ ਮੈਂਬਰ ਆ ਗਿਆ ਤਾਂ ਅਸੀਂ ਜਿੱਤ ਲਾਵਾਂਗੇ। ਅਸੀਂ ਨਹੀਂ ਚਾਹੁੰਦੇ ਹੈਗੇ ਵੀ ਧਰਨਿਆਂ ਦੇ ਉੱਤੇ ਪੋਲੀਟੀਕਲ ਪਾਰਟੀਆਂ ਦੇ ਮੈਂਬਰ ਬੋਲਣ। ਇੰਨਾ ਜ਼ਿਆਦਾ ਜਿਹੜਾ ਇੱਕ ਆਪਾਂ ਕਹਾਂਗੇ ਨਾ ਵੀ ਲੋਕਾਂ ਦੇ ਅੰਦਰ ਬਿਲਕੁਲ ਹੀ ਭਰੋਸਾ ਨਹੀਂ ਹੈਗਾ ਕਿਸੇ ਪੋਲੀਟੀਕਲ ਪਾਰਟੀ ਨੂੰ ਲੈ ਕੇ। ਤੇ ਉਹ ਸਹੀ ਵੀ ਆ, ਕਿਉਂਕਿ ਪੋਲੀਟੀਕਲ ਪਾਰਟੀਆਂ ਹਰ ਇੱਕ ਮੁੱਦੇ 'ਚ ਵੋਟਾਂ ਕੈਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਤਾਂ ਉਹ ਜਿਹੜੀਆਂ ਵੋਟਾਂ ਕੈਸ਼ ਕਰਨ ਦੀ ਜਿਹੜੀ ਕੋਸ਼ਿਸ਼ ਵੀ ਆ, ਜਿਹੜੀ ਉਹ ਮੂਵਮੈਂਟ ਦੀ ਇੰਟੈਂਸ਼ਨ ਵੀ ਆ, ਉਹ ਕਦੇ ਵੀ ਲੋਕਾਂ ਦੇ ਹਿੱਤ 'ਚ ਟਰਾਂਸਲੇਟ ਨਹੀਂ ਹੁੰਦੀ ਹੈਗੀ। ਤਾਂ ਇਸ ਕਰਕੇ ਜਿਹੜਾ ਇਹ ਪਾਰਲੀਮੈਂਟਰੀ ਮਾਡਲ ਹੈ ਨਾ, ਇਹਦੇ ਵਿੱਚੋਂ ਪੰਜਾਬ ਅੱਜ ਦੇ ਟਾਈਮ ਦੇ ਉੱਤੇ ਕੋਈ ਵੀ ਉਮੀਦ ਨਹੀਂ ਪਾੜ ਰਿਹਾ, ਤੇ ਉਹ ਬਹੁਤ ਸਿੱਧੀ ਗੱਲ ਆ। ਨਹੀਂ, ਤੁਸੀਂ ਹੁਣ ਇਸ ਪ੍ਰੋਟੈਸਟ ਨੂੰ ਦੋਸਤਾਂ ਨੂੰ ਕਿੱਦਾਂ ਦੇਖਦੇ ਹੋ? ਜੋ ਬੀਜੇਪੀ ਵਾਲੇ ਸਕਾਲਰਸ਼ਿਪ ਦੇ ਮੈਟਰ ਦੇ, ਠੀਕ ਹੈ ਮੁੱਦਾ ਹੈਗਾ, ਪ੍ਰੋਟੈਸਟ ਕਰਨਾ ਵੀ ਚਾਹੀਦਾ। ਜਦੋਂ ਹੱਥ ਵਿੱਚ ਕੇਸ ਹੁੰਦਾ ਉਦੋਂ ਪ੍ਰੋਟੈਸਟ ਨਹੀਂ ਕੋਈ ਕਰਦਾ। ਇਹ ਦੋਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹ ਬੇਸਿਕਲੀ ਓਪਰਚੁਨਿਸਟਿਕ ਪੋਲਿਟਿਕਸ ਆ। ਤਾਂ ਇਹ ਤਾਂ ਆਪਾਂ ਯੂਨੀਵਰਸਿਟੀਆਂ ਦੇ ਅੰਦਰ ਵੀ ਦੇਖਦੇ ਹਾਂ। ਜਦੋਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਫੀ ਹਾਈਕ ਦਾ ਪ੍ਰੋਟੈਸਟ ਹੁੰਦਾ, ਠੀਕ ਹੈ, ਤਾਂ ਜਿਹੜੇ ਸਟੂਡੈਂਟਸ ਨੇਗੇ ਉਹ ਸੈਂਟਰ ਦੇ ਐਂਟੀ ਬੋਲਦੇ ਨੇਗੇ ਵੀ ਵਾਈਸ ਚਾਂਸਲਰ ਜਿਹੜਾ ਹੈਗਾ ਉਹ ਰਿਜ਼ਾਈਨ ਕਰੇ, ਸੈਂਟਰ ਗਵਰਨਮੈਂਟ ਜਿਹੜੀ ਹੈਗੀ ਉਹ ਫੰਡ ਰਿਲੀਜ਼ ਕਰੇ। ABVP ਉਹਦੇ ਵਿੱਚ ਵੀ ਐਂ ਬੋਲਦੀ ਪੰਜਾਬ ਸਰਕਾਰ ਪੈਸੇ ਭੇਜੇ। ਪੰਜਾਬ ਸਰਕਾਰ ਦਾ ਵੀ ਇੱਕ ਮਤਲਬ ਉਹ ਹੈਗਾ ਵੀ 30-35 ਕਰੋੜ ਉਹਨਾਂ ਨੇ ਭੇਜਣੇ ਆ, ਪਰ 250 ਕਰੋੜ ਦਾ ਬਜਟ ਤਾਂ ਸੈਂਟਰ ਤੋਂ ਆਣਾ ਨਾ। ਪਰ ABVP ਉਹਦੇ ਵਿੱਚ ਵੀ ਸਿਰਫ ਉਹਨੂੰ ਹੀ ਸਟੇਟ ਨੂੰ ਟਾਰਗੇਟ ਕਰੂਗੀ ਜਿਹੜੀ ਸਟੇਟ ਦੇ ਅੰਦਰ BJP ਦੀ ਸਰਕਾਰ ਨਹੀਂ ਹੈਗੀ। ਤਾਂ ਉਹੀ ਚੀਜ਼ ਆ, ਇਹ ਬੇਸਿਕ ਸ਼ੀਅਰ ਓਪਰਚੁਨਿਜ਼ਮ ਆ। ਮੁੱਦਾ ਜਿੰਨਾ ਮਰਜ਼ੀ ਸੈਂਸਿਟਿਵ ਹੋਵੇ, ਜਿਹੜੀ ਜਥੇਬੰਦੀ ਉਹ ਮੁੱਦੇ ਨੂੰ ਭੜਕਾ ਰਹੀ ਆ, ਜਿਹੜੀ ਜਥੇਬੰਦੀ ਉਹਦੇ ਅੰਦਰੋਂ ਵੋਟਾਂ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਉਹ ਮੁੱਦੇ ਨੂੰ ਕੋਈ ਜਸਟਿਸ ਨਹੀਂ ਦੇ ਸਕਦੀ ਹੈਗੀ। ਜਿਹੜਾ ਇਹ ਸਕਾਲਰਸ਼ਿਪ ਦਾ ਵੀ ਪ੍ਰੋਗਰਾਮ ਹੈਗਾ ਨਾ, ਇਹਦੇ ਅੰਦਰ ਜਿਹੜੀਆਂ ਦਲਿਤ ਆਰਗੇਨਾਈਜੇਸ਼ਨਾਂ ਨੇ ਉਹ ਇਹਨੂੰ ਲੀਡ ਕਰਨ, ਇਹ ਤੋਂ ਬਿਨਾਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਉਹ ਇਹਨਾਂ ਨੂੰ ਲੀਡ ਕਰਨ। ਉਹਦੇ ਅੰਦਰੋਂ ਇੱਕ ਹੋਪ ਦਿਖਦੀ ਆ। ਜਿਹੜੀ BJP ਦਾ ਰਹੀ ਉਹ ਤਾਂ ਡਰਾਮਾ ਆ, ਉਹਦੇ ਅੰਦਰੋਂ ਕੋਈ ਹੋਪ ਹੋਣੀ, ਕੋਈ ਜਸਟਿਸ ਹੋਣਾ, ਕੋਈ ਅਸਲੀ ਮੁੱਦਾ ਹੋਣਾ, ਉਹ ਕੁਛ ਨਹੀਂ, ਬੇਸਿਕ ਓਪਰਚੁਨਿਜ਼ਮ ਆ।
ਹੁਣ ਮੇਰਾ ਇੱਕ ਹੋਰ ਸਵਾਲ ਹੈ ਕਿ ਜਿਸ ਤਰੀਕੇ ਤੁਸੀਂ ਹੁਣ ਗੱਲ ਕੀਤੀ ਹੈ, ਸਕਾਲਰਸ਼ਿਪ ਦੀ ਵੀ ਗੱਲ ਕੀਤੀ ਹੈ, ਬੀਜੇਪੀ ਦੀ ਵੀ ਗੱਲ ਕੀਤੀ ਹੈ, ਇੱਕ ਰਾਮਰਾਜ ਯੂਪੀ ਨੂੰ ਕਿਹਾ ਗਿਆ ਸੀ ਕਿ ਰਾਮਰਾਜ ਵਰਗਾ ਇੱਕ ਯੂਪੀ ਬਣਿਆ ਹੋਇਆ ਹੈ। ਹੁਣ ਉਸ ਤੋਂ ਬਾਅਦ ਫਿਰ ਇੱਕ ਰੇਪ ਹੋ ਜਾਂਦਾ ਮੱਧ ਪ੍ਰਦੇਸ਼ ਤੋਂ ਬਾਅਦ, ਜਦੋਂ ਹੱਥ ਦਾ ਕਾਂਡ ਹੁੰਦਾ ਹੈ। ਫਿਰ ਜਦੋਂ ਘੱਟ ਗਿਣਤੀਆਂ ਦੀ ਵਾਰੀ ਆਉਂਦੀ ਹੈ, ਜਾਂ ਜਦੋਂ ਮੋਦੀ ਸਾਹਿਬ ਇਹ ਕਹਿੰਦੇ ਨੇ ਜਾਂ ਭਾਸ਼ਣ 'ਚ ਕਹਿੰਦੇ ਨੇ ਕਿ ਔਰਤਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਲਾਜ਼ਮੀ, ਅਸੀਂ ਇਸ ਨੂੰ ਬਣਾਵਾਂਗੇ, ਪੈਸੇ ਵੀ ਖਰਚ ਹੁੰਦੇ ਨੇ, ਫਿਰ ਤੁਹਾਨੂੰ ਨਹੀਂ ਲੱਗਦਾ ਜਿੰਨੇ ਪੈਸੇ ਜਾਂ ਜਿੰਨਾ ਬਜਟ ਹੁੰਦਾ ਉਸ ਵਿੱਚ ਕੁਝ ਹੋਰ ਵਾਧਾ ਹੋਣਾ ਚਾਹੀਦਾ ਔਰਤਾਂ ਦੀ ਸੁਰੱਖਿਆ ਦੇ ਉੱਤੇ? ਦੇਖੋ, ਇਹ ਬਜਟ ਦਾ ਰੌਲਾ ਉਨਾ ਜ਼ਿਆਦਾ ਨਹੀਂ ਹੈਗਾ ਜਿੰਨਾ ਜ਼ਿਆਦਾ ਇਹ ਇੱਕ ਆਈਡੀਓਲੋਜੀਕਲ, ਜਿਹੜਾ ਤੁਸੀਂ ਇਹ ਕਿਹਾ ਵੀ ਯੂਪੀ ਜਿਹੜਾ ਹੈਗਾ ਉਹ ਰਾਮ ਰਾਜ ਆ। ਯੂਪੀ ਦੇ ਅੰਦਰ ਪਿਛਲੇ ਟਾਈਮ ਦੇ ਅੰਦਰ ਜਿੰਨੀ ਜ਼ਿਆਦਾ ਉੱਥੇ ਮਿਲੀਟੈਂਸੀ, ਜਿਹੜੀ ਕਮਿਊਨਲ ਮਿਲੀਟੈਂਸੀ ਆ, ਬੇਸਿਕਲੀ ਧਰਮ ਦੇ ਨਾਮ ਦੇ ਉੱਤੇ ਜਿਹੜਾ ਕੁਝ ਵਧਿਆ, ਇੱਕ ਬੇਸਿਕਲੀ ਠਾਕੁਰਾਂ ਦੀ ਹੈਜੇਮਨੀ ਵਧੀ ਆ। ਅਗਲਿਆਂ ਨੂੰ ਇਹ ਆ ਵੀ ਸਾਡੀ ਸਰਕਾਰ ਆ, ਅਸੀਂ ਕੁਛ ਮਰਜ਼ੀ ਕਰ ਦਈਏ, ਸਾਡੀ ਕੋਈ ਜਵਾਬਦੇਹੀ ਨਹੀਂ ਹੈਗੀ। ਜਿਹੜੇ ਰੇਪ ਹੁੰਦੇ ਆ ਨਾ, ਰੇਪ ਦੀ ਇੱਕ ਆਪਾਂ ਰੇਪ ਮੈਂਟੈਲਿਟੀ ਹੁੰਦੀ ਹੈਗੀ, ਇੱਕ ਰੇਪ ਕਲਚਰ ਹੁੰਦਾ ਜਿਹਦੇ ਅੰਦਰੋਂ ਰੇਪ ਹੁੰਦਾ। ਤੁਸੀਂ ਪੈਸਾ ਕਿਹੜੀਆਂ ਚੀਜ਼ਾਂ ਤੇ ਲਾਓਗੇ? ਤੁਸੀਂ 4 ਜਵਾਕ ਇਕੱਠੇ ਕਰਕੇ ਉਹਨਾਂ ਨੂੰ ਕਲਾਸਾਂ ਦੋਗੇ ਬਈ ਰੇਪ ਨਹੀਂ ਕਰਨਾ, ਰੇਪ ਨਹੀਂ ਕਰਨਾ, ਰੇਪ ਨਹੀਂ ਕਰਨਾ, ਐਦਾਂ ਕਿਤੇ ਰੇਪ ਖਤਮ ਕਰ। ਗਲਤ ਤਾਂ ਉਹ ਵੀ ਹੈ ਨਾ, ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾ ਕੇ ਪੈਸੇ ਲਗਾਉਂਦੇ ਆ, ਫਿਰ ਸਰਕਾਰ ਦੀ ਉਹ ਸੋਚ ਹੈਗੀ ਆ, ਫਿਰ ਇਹ ਪੈਸੇ ਕਿਉਂ ਲੱਗਦੇ ਨੇ ਫਿਰ ਧਾਰਮਿਕ ਸਥਾਨਾਂ ਤੇ? ਠੀਕ ਹੈ, ਧਾਰਮਿਕ ਸਥਾਨ ਹੋਣੇ ਚਾਹੀਦੇ ਨੇ, ਪਰ ਇੰਨਾ ਪੈਸਾ ਤਾਂ ਅਸੀਂ ਉਹਨਾਂ ਔਰਤਾਂ ਦੀ ਸੁਰੱਖਿਆ ਤੇ ਨਹੀਂ ਲਾਉਂਦੇ ਜਿੰਨਾ ਧਾਰਮਿਕ ਸਥਾਨਾਂ ਲਾ ਦਿੰਦੇ ਆ। ਦੇਖੋ, ਹੁਣ ਉਹ ਜਦੋਂ ਉਹਨਾਂ ਦਾ ਹਿੰਦੂ ਰਾਸ਼ਟਰ ਦਾ ਮਾਡਲ ਹੀ ਆਹ ਆ, ਉਹਨਾਂ ਨੇ ਬਾਬਰੀ ਮਸਜਿਦ ਦੀ ਡੈਮੋਲੀਸ਼ਨ ਦਾ ਜਿੰਨਾ ਵੀ ਕੁਝ ਹੋਇਆ, ਉਹਨਾਂ ਨੇ ਇੰਨੇ ਸਾਲਾਂ ਬਾਅਦ ਜਾ ਕੇ, ਹੁਣ ਤਾਂ ਕੋਰਟ ਨੇ ਵੀ ਕਹਿਤਾ ਵੀ ਬਾਬਰੀ ਤਾਂ ਢਹੀ ਉਹ ਹੈ ਨਹੀਂ ਗੀ, ਉੱਤੇ ਰਾਮ ਮੰਦਿਰ ਬਣਨਾ ਚਾਹੀਦਾ, ਫਲਾਣਾ ਟਿਮਕਾਣਾ ਸਾਰਾ ਕੁਛ। ਤਾਂ ਉਹਦੇ ਵਿੱਚ ਲੋਕਾਂ ਦਾ ਬਾਕੀ ਸਾਰੀਆਂ ਚੀਜ਼ਾਂ ਤੋਂ ਧਿਆਨ ਭਟਕਾ ਕੇ ਉਹਦੇ ਅੰਦਰ ਵਿਮਨ ਸੇਫਟੀ ਆ, ਉਹਦੇ ਅੰਦਰ ਮਾਈਨੋਰਿਟੀਜ਼ ਦੇ ਹੱਕ ਨੇ, ਉਹਦੇ ਅੰਦਰ ਬਹੁਤ ਸਾਰੀਆਂ ਹੋਰ ਚੀਜ਼ਾਂ ਨੇਗੀਆਂ। ਜਦੋਂ ਤੁਸੀਂ ਲੋਕਾਂ ਦੇ ਦਿਮਾਗ 'ਚ ਕਾਰੀ ਇਕੱਲਾ ਹਿੰਦੂ ਮੁਸਲਮਾਨ ਦਿੱਤਾ ਤਾਂ ਹੋਰ ਕੁਝ ਬਚਿਆ ਹੀ ਹੈ ਨਹੀਂਗਾ। ਤਾਂ ਉਹਦੇ ਵਿੱਚ ਜਿਹੜੀ ਵਿਮਨ ਦੇ ਵੀ ਇਸ਼ੂਜ਼ ਨੇ ਨਾ, ਉਹਦੇ ਉੱਤੇ ਪੈਸੇ ਖਰਚ ਕੇ ਵੀ ਗੱਲ ਨਹੀਂ ਬਣਨੀ ਹੈਗੀ। ਜਦੋਂ ਪਿੰਡਾਂ ਦੇ ਅੰਦਰ ਇੱਕ ਹੈਜੇਮਨੀ ਆ ਨਾ ਵੀ ਇਹ ਜਿਹੜੇ ਲੋਕ ਨੇ, ਜਿਹੜੀ ਉੱਚੀ ਬਿਰਾਦਰੀ ਦੇ ਲੋਕ ਨੇ, ਇਹ ਸਾਡੇ ਨਾਲ ਕੁਝ ਵੀ ਕਰ ਸਕਦੇ ਨੇਗੇ। ਇਹ ਜਿਹੜੀਆਂ ਲੋਅਰ ਕਲਾਸ ਦੀਆਂ ਵਿਮਨ ਨੇ, ਮਜ਼ਦੂਰਾਂ ਦੀਆਂ ਔਰਤਾਂ ਨੇ, ਕਿਸਾਨਾਂ ਦੀਆਂ ਔਰਤਾਂ ਨੇ, ਉਹਨਾਂ ਦੇ ਨਾਲ ਕੁਝ ਵੀ ਕਰ ਸਕਦੇ ਨੇ ਤੇ ਕੋਈ ਜਵਾਬਦੇਹੀ ਨਹੀਂ, ਕਿਉਂਕਿ ਪੁਲਿਸ ਦੇ ਅੰਦਰ ਵੀ ਠਾਕੁਰ ਬੈਠੇ ਨੇ, ਉਹ ਤੋਂ ਅੱਗੇ ਕੋਰਟ ਦੇ ਅੰਦਰ ਵੀ ਉਹੀ ਬੈਠੇ ਨੇ, ਤਾਂ ਕਿਤੇ ਇਨਸਾਫ ਨਹੀਂ ਹੈਗਾ। ਤੇ ਇਹ ਰਾਮ ਰਾਜ ਆ, ਕਿਉਂਕਿ ਇਹ ਠਾਕੁਰਾਂ ਦਾ ਰਾਜ ਆ, ਇਹ ਅਪਰ ਕਾਸਟ ਜਿਹੜੀ ਇੱਕ ਥੋੜੇ ਕੁਝ ਚੰਦ ਲੋਕ ਨੇਗੇ ਉਹਨਾਂ ਦਾ ਰਾਜ ਆ, ਜਿਹੜਾ ਸਾਰਾ ਬੀਜੇਪੀ ਦਾ ਹਿੰਦੂ ਰਾਸ਼ਟਰ ਦਾ ਢਾਂਚਾ ਹੈ। ਤਾਂ ਬੇਸਿਕਲੀ ਉਹ ਢਾਂਚੇ ਦੇ ਅੰਦਰ ਵਿਮਨ ਦਾ, ਦਲਿਤਾਂ ਦਾ, ਜਿਹੜੀ ਮਾਈਨੋਰਿਟੀਜ਼ ਨੇ, ਚਾਹੇ ਉਹ ਮਾਈਨੋਰਿਟੀਜ਼ ਪੂਅਰ ਹੋਣ, ਚਾਹੇ ਉਹ ਰਿਲੀਜੀਅਸ ਮਾਈਨੋਰਿਟੀਜ਼ ਹੋਣ, ਉਹਨਾਂ ਦਾ ਕੋਈ ਹੱਕ ਨਹੀਂ। ਕਿਉਂਕਿ ਉਹਦੇ ਵਿੱਚ ਜਦੋਂ ਕੁਝ ਬੰਦਿਆਂ ਦੀ ਹੈਜੇਮਨੀ ਆ ਨਾ, ਤਾਂ ਤੁਸੀਂ ਕੋਈ ਹੱਕ ਡਿਮਾਂਡ ਨਹੀਂ ਕਰ ਸਕਦੇ। ਤੁਸੀਂ ਜਸਟਿਸ ਕਿਤੋਂ ਮੰਗੋਗੇ? ਕੋਰਟ 'ਚ ਜਾਓਗੇ। ਕੋਰਟ ਖੁਦ ਜਿਹੜੀ ਹੈਗੀ ਆ, ਪਿਛਲੇ ਟਾਈਮ ਦੇ ਅੰਦਰ ਬਾਬਰੀ ਦੇ ਅੰਦਰ ਜਸਟਿਸ ਮਿਲ ਗਿਆ, ਕਸ਼ਮੀਰ ਦੇ ਅੰਦਰ ਜਿਹੜਾ ਕੁਝ ਹੋਇਆ ਉਹਦੇ ਅੰਦਰ ਜਸਟਿਸ ਮਿਲ ਗਿਆ, ਤਾਂ ਤੁਸੀਂ ਕਿਹਦੇ ਤੋਂ ਜਸਟਿਸ ਮੰਗੋਗੇ? ਤਾਂ ਉਹ ਰੇਪ ਕਲਚਰ ਨੂੰ ਇੱਕ ਵਧਾਉਂਦਾ ਆ। ਜਦੋਂ ਤੁਹਾਡਾ ਜਿਹੜਾ CM ਆ, ਉਹ ਇਹ ਕਹਿੰਦਾ ਵੀ ਔਰਤਾਂ ਦੀ ਮੋਰਲ ਸਕੂਲ ਹੀ ਨਹੀਂ ਹੋਈ, ਔਰਤਾਂ ਨੂੰ ਘਰੋਂ ਸੰਸਕਾਰ ਨਹੀਂ ਮਿਲਦੇ, ਤਾਂ ਕਰਕੇ ਉਹਨਾਂ ਦੇ ਰੇਪ ਹੁੰਦੇ ਨੇ, ਉਹ ਰੇਪ ਕਲਚਰ ਵਧਾਉਂਦਾ। ਤਾਂ ਉਹ ਰੇਪ ਕਲਚਰ ਨੂੰ ਟਾਰਗੇਟ ਕਰਨ ਦੀ ਲੋੜ ਹੈ। ਤੇ ਉਹ ਪੈਸੇ ਕਿਹੜੇ ਫਿਰ ਰਾਮਰਾਜ ਦੀ ਗੱਲ ਕਰਦੇ ਨੇ? ਜੇ ਤੁਸੀਂ ਹੁਣ ਗੱਲ ਕਹਿ ਰਹੇ ਹੋ ਕਿ CM ਨੇ ਕਿਹਾ, ਫਿਰ ਇਹ ਕਿਹੜੇ ਰਾਮਰਾਜ ਦੀ ਗੱਲ ਹੁੰਦੀ ਵੀ ਆ? ਇਹਨਾਂ ਦਾ ਰਾਮਰਾਜ ਆਹੀ ਆ ਜਿਹੜਾ ਯੂਪੀ 'ਚ ਹੈਗਾ, ਉਹਨਾਂ ਦਾ ਮਾਡਲ ਆਹੀ ਆ, ਕਿਉਂਕਿ ਉਹ ਅਸਲ ਦੇ ਅੰਦਰ ਇਹ ਚੀਜ਼ ਨੂੰ ਬਿਲੀਵ ਕਰਦੇ ਨੇ ਵੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਘਰਾਂ ਤੱਕ ਸੀਮਿਤ ਹੋਣ। ਉਹ ਆਪਣੇ ਘਰ ਦੇ ਅੰਦਰ, ਉਹ ਪਹਿਲਾਂ ਆਪਣੇ ਬਾਪ ਦੀ ਜੁੱਤੀ ਥੱਲੇ ਰਹਿਣ, ਉਹ ਬਾਅਦ 'ਚੋਂ ਆਪਣੇ ਹਸਬੈਂਡ ਦੀ ਜੁੱਤੀ ਥੱਲੇ ਰਹਿਣ, ਆਪਣੇ ਭਰਾ ਦੀ ਜੁੱਤੀ ਥੱਲੇ ਰਹਿਣ। ਇਹ ਉਹਨਾਂ ਦਾ ਰਾਮਰਾਜ ਦੀਆਂ ਡੈਫੀਨੇਸ਼ਨਾਂ ਹੀ ਇਹ ਨੇ। ਉਹਦੇ ਅੰਦਰ ਜਿਹੜੇ ਦਲਿਤ ਨੇਗੇ, ਦਲਿਤਾਂ ਦੇ ਜਿਹੜੇ ਪੁਰਾਣੀ ਸਦੀਆਂ ਤੋਂ ਚੱਲਦੇ ਆ ਰਹੇ ਕੰਮ ਨੇ ਨਾ, ਉਹੀ ਕੰਮ ਨੇ ਜਿਹੜੇ ਉਹ ਕਰ ਸਕਦੇ ਨੇ। ਜਦੋਂ ਉਹ ਆਪਣੀ ਪਾਵਰਟੀ 'ਚੋਂ, ਆਪਣੀ ਗਰੀਬੀ 'ਚੋਂ ਬਾਹਰ ਆਉਣ ਲਈ ਉਹ ਪੜ੍ਹਨ ਲਿਖਣਗੇ, ਉਹ ਕੁਝ ਵੀ ਕਰਨਗੇ, ਤਾਂ ਫਿਰ ਉਹ ਉਹਨਾਂ ਦੇ ਰਿਲੀਜੀਅਸ ਅਦਾਰਿਆਂ ਤੋਂ ਖਿਲਾਫ ਆ। ਉਹਦੇ ਅੰਦਰ ਉਹ ਰਿਜ਼ਰਵੇਸ਼ਨ ਦੇ ਵੀ ਐਂਟੀ ਹੋਣਗੇ, ਉਹਦੇ ਅੰਦਰ ਉਹ ਦਲਿਤ ਰਾਈਟਾਂ ਦੇ ਵੀ ਐਂਟੀ ਹੋਣਗੇ, ਉਹ ਟਰਾਈਬਲ ਰਾਈਟਸ ਦੇ ਵੀ ਐਂਟੀ ਹੋਣਗੇ। ਹੁਣ ਛੱਤੀਸਗੜ੍ਹ ਦੇ ਅੰਦਰ ਇੰਨਾ ਫੋਰੈਸਟ ਲੈਂਡ ਹੈ, ਉਹ ਸਾਰਾ ਕਾਰਪੋਰੇਸ਼ਨਾਂ ਨੂੰ ਵੇਚਤਾ। ਤੇ ਇਹਦੀ ਆੜ ਦੇ ਥੱਲੇ ਜਿਹੜੇ ਉਹਨਾਂ ਦੇ ਕੁਝ ਦੋਸਤ ਨੇ, ਅੰਬਾਨੀ, ਅਡਾਨੀ ਵਰਗੇ, US ਵਰਗੇ, ਉਹਨਾਂ ਨੂੰ ਦੇਸ਼ ਵੇਚਣਗੇ। ਤਾਂ ਇਹ ਰਾਮਰਾਜ ਦਾ ਮਾਡਲ ਇਹ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ, ਕਿਉਂਕਿ ਦੇਸ਼ ਐ ਨਹੀਂ ਵੇਚਿਆ ਜਾ ਸਕਦਾ ਹੁੰਦਾ ਕਹਿ ਕੇ ਵੀ ਲਓ ਜੀ ਅਸੀਂ ਦੇਸ਼ ਵੇਚ ਰਹੇ ਹਾਂ, ਅਸੀਂ ਸਾਰਾ ਪਬਲਿਕ ਸੈਕਟਰ ਯੂਨਿਟ ਵੇਚ ਰਹੇ ਹਾਂ। ਉਹਦੇ ਵਾਸਤੇ ਤੁਹਾਨੂੰ ਪਹਿਲਾਂ ਲੋਕਾਂ ਨੂੰ ਕਹਿਣਾ ਪਊਗਾ ਵੀ ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਤੁਸੀਂ ਦੋਨੇ ਆਪਸ 'ਚ ਦੁਸ਼ਮਣ ਹੋ, ਇੱਕ ਦੂਜੇ ਨਾਲ ਲੜੋ। ਉਹ ਤੋਂ ਬਾਅਦ ਦੇ ਅੰਦਰ ਤੁਸੀਂ ਦੰਗੇ ਭੜਕਾਓਗੇ, ਫਿਰ ਤੁਸੀਂ ਦੇਸ਼ ਵੇਚੋਗੇ। ਤੇ ਉਹ ਦੇਸ਼ ਵੇਚਣ ਦਾ ਕੰਮ ਜਿਹੜਾ ਹੈਗਾ ਪਿਛਲੇ 3-4 ਸਾਲਾਂ ਤੋਂ ਬਹੁਤ ਜ਼ਿਆਦਾ ਮਹਾਰਤ ਦੇ ਨਾਲ ਅਮਿਤ ਸ਼ਾਹ, ਮੋਦੀ, ਇਹ ਸਾਰੇ ਇਕੱਠੇ ਹੋ ਕੇ ਕਰ ਰਹੇ ਨੇ। ਤੁਸੀਂ ਪੰਜਾਬ ਨੂੰ ਫਿਰ ਕਿੱਦਾਂ ਦੇਖਦੇ ਹੋ? ਪੰਜਾਬ ਨੇ ਹੁਣ ਜਿਸ ਤਰੀਕੇ ਨਾਲ ਰੇਲਾਂ ਰੋਕੀਆਂ ਹੋਈਆਂ ਨੇ, ਲਗਾਤਾਰ ਕਿਸਾਨ ਜਿਹੜੇ ਨੇ ਧਰਨੇ ਤੇ ਬੈਠੇ ਹੋਏ ਨੇ, ਪੰਜਾਬ ਨੇ ਤਾਂ ਆਪਦਾ ਐਲਾਨ ਕਰਤਾ ਕਿਸਾਨਾਂ ਨੇ ਕਿ ਅਸੀਂ ਟਸ ਤੋਂ ਮਸ ਨਹੀਂ ਹੋਣਾ ਜਦ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ। ਤੁਹਾਨੂੰ ਲੱਗਦਾ ਕੇਂਦਰ ਸਰਕਾਰ ਕਿਤੇ ਘਬਰਾ ਗਈ ਹੈ? ਕਿਉਂਕਿ ਪੰਜਾਬ ਦਾ ਹਮੇਸ਼ਾ ਹੀ ਇੱਕ ਫਾਰਮੂਲਾ ਰਿਹਾ, ਕੇਂਦਰ ਵਿੱਚ ਕੋਈ ਹੋਰ ਸਰਕਾਰ ਹੁੰਦੀ ਹੈ, ਪੰਜਾਬ 'ਚ ਕੋਈ ਹੋਰ ਹੁੰਦੀ ਹੈ। ਤੁਸੀਂ ਪੰਜਾਬ ਨੂੰ ਕਿੱਥੇ ਦੇਖਦੇ ਹੋ?
ਦੇਖੋ ਪੰਜਾਬ ਦੀ ਇੱਕ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਵੀ ਇੱਕ ਜਿਹੜੀ ਆਪਣੀ ਇੱਕ ਹਿਸਟੋਰੀਕਲ ਲੈਗੇਸੀ ਆ ਵੀ ਆਪਾਂ ਨੇ ਬਹੁਤ ਵੱਡੇ ਵੱਡੇ ਸੈਂਟਰ ਦੇ ਖਿਲਾਫ ਜਿਹੜੇ ਘੋਲ ਹੈਗੇ ਨੇ ਉਹਨਾਂ ਨੂੰ ਲੀਡ ਵੀ ਕੀਤਾ ਆ ਤੇ ਉਹਦੇ ਨਾਲ ਨਾਲ ਆਪਾਂ ਨੇ ਦਿੱਲੀ ਦੇ ਦਿਲ ਦੇ ਅੰਦਰ ਇੱਕ ਖੌਫ ਵੀ ਜਿਹੜਾ ਹੈਗਾ ਉਹ ਪੈਦਾ ਕੀਤਾ ਹੈ। ਤਾਂ ਅੱਜ ਦੇ ਟਾਈਮ ਦੇ ਉੱਤੇ ਵੀ ਉਹ ਚੀਜ਼ ਤੋਂ ਦਿੱਲੀ ਘਬਰਾਈ ਹੈਗੀ ਆ, ਮੈਂ ਉਹਦੇ ਅੰਦਰ ਕੋਈ ਸ਼ੱਕ ਦੋ ਰਾਏ ਨਹੀਂ ਹੈਗੀ। ਜਦੋਂ ਇੰਨੇ ਸਾਰੇ ਲੋਕ ਸੜਕਾਂ ਦੇ ਉੱਤੇ ਹੁੰਦੇ ਨੇ ਤਾਂ ਸਰਕਾਰਾਂ ਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ ਵੀ ਕੁਝ ਵੀ ਹੋ ਸਕਦਾ। ਪਰ ਆਉਣ ਵਾਲੇ ਟਾਈਮ ਦੇ ਅੰਦਰ ਇਹ ਧਰਨੇ ਦੀ ਦਿਸ਼ਾ ਕਿਹੜੀ ਰਹੂਗੀ ਹੈ ਨਾ, ਜਿਹੜਾ ਧਰਨਾ ਇਹਦੇ ਅੰਦਰ ਆਪਣੀਆਂ ਡਿਮਾਂਡਾਂ ਤੇ ਆਪਾਂ ਕਿੰਨਾ ਕੁ ਪਰਪੱਕ ਰਹਿ ਸਕਦੇ ਹਾਂ ਤੇ ਜਿਹੜੀ ਮੈਂ ਪਹਿਲਾਂ ਕੀਤੀ ਸੀਗੀ ਨਾ ਖੇਤੀਬਾੜੀ ਪ੍ਰਣਾਲੀ ਦੇ ਢਾਂਚੇ ਨੂੰ ਆਪਾਂ ਕਿੰਨਾ ਕੁ ਜ਼ਿਆਦਾ ਬਦਲਣ ਦੇ ਅੰਦਰ ਕਾਮਯਾਬ ਹੋ ਸਕਦੇ ਹਾਂ, ਕਿਉਂਕਿ ਉਹ ਪੂਰੇ ਇਕਨੋਮਿਕ ਮਾਡਲ ਤੋਂ ਪਰੇ ਕੱਲਾ ਜਿਹੜਾ ਹੈਗਾ ਉਹ ਨਹੀਂ ਕੀਤਾ ਜਾ ਸਕਦਾ ਹੈਗਾ, ਸਹੀ ਨਹੀਂ ਕੀਤਾ ਜਾ ਸਕਦਾ। ਜਦੋਂ ਪੂਰੇ ਦਾ ਪੂਰਾ ਇਕਨੋਮਿਕ ਮਾਡਲ ਹੀ ਤੁਹਾਡਾ ਸਾਰਾ ਅਮਰੀਕਾ ਤੇ ਡਿਪੈਂਡੈਂਟ ਆ ਜਾਂ ਯੂਕੇ ਤੇ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਘਬਰਾਈ ਹੋਈ ਹੈ ਜਿਸ ਕਰਕੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ? ਕਿਉਂਕਿ ਜਦੋਂ ਵੀ ਬੀਜੇਪੀ ਦੀ ਸਰਕਾਰ ਆਈ ਹੈ ਪਹਿਲਾ ਪ੍ਰੋਟੈਸਟ ਹੋਇਆ, ਜਿਵੇਂ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਜਾਂ ਜਿਸ ਨਾਲ ਬਿੱਲ ਲੈ ਕੇ ਆਏ ਸੀ ਉਸੇ ਪ੍ਰੋਟੈਸਟ ਹੁੰਦਾ ਤੇ ਬਾਅਦ ਚ ਕਰੋਨਾ ਆ ਜਾਂਦਾ, ਜਾਂ ਆਪਾਂ ਗੱਲ ਕਰਨੇ ਉਸ ਤੋਂ ਬਾਅਦ ਚੱਕੇ ਵੀ ਜਾਂਦਾ ਪ੍ਰੋਟੈਸਟ, ਫਿਰ ਘਬਰਾ ਗਈ ਹੈ ਪੰਜਾਬ ਸਰਕਾਰ ਤੋਂ ਬੀਜੇਪੀ? ਦੇਖੋ ਪਹਿਲਾਂ ਜਿੰਨੇ ਵੀ ਪ੍ਰੋਟੈਸਟ ਹੋਏ ਸੀਗੇ ਉਹਦੇ ਅੰਦਰ ਕੋਈ ਐਡਾ ਵੱਡਾ ਸੈਕਸ਼ਨ ਨਹੀਂ ਸੀਗਾ ਜਿਹੜਾ ਸੈਕਸ਼ਨ ਇਕੱਠਾ ਹੋ ਕੇ ਪ੍ਰੋਟੈਸਟ ਕਰ ਰਿਹਾ। ਜਦੋਂ ਵੀ ਮਜ਼ਦੂਰਾਂ ਤੇ ਕਿਸਾਨਾਂ ਦੇ ਪ੍ਰੋਟੈਸਟ ਹੁੰਦੇ ਨੇ ਨਾ ਉਦੋਂ ਸਾਰੀਆਂ ਸਰਕਾਰਾਂ ਵਾਵਾ ਘਬਰਾ ਜਾਂਦੀਆਂ ਨੇ, ਕਿਉਂਕਿ ਮਜ਼ਦੂਰ ਤੇ ਕਿਸਾਨ ਜਿਹੜੀ ਹੈਗੀ ਆ ਉਹ ਲੜਨ ਵਾਲੀ ਫੋਰਸ ਆ। ਮਜ਼ਦੂਰਾਂ ਤੇ ਕਿਸਾਨਾਂ ਦੀ ਜਦੋਂ ਤੁਸੀਂ ਉਹਨਾਂ ਦੇ ਪੂਰੇ ਕਾਰੋਬਾਰ ਤੇ ਉਹਨਾਂ ਦੀ ਇਕਨੋਮਿਕ ਜਿਹੜੀ ਲਾਈਨ ਹੈਗੀ ਉਹਦੇ ਤੇ ਹੀ ਖਤਰਾ ਆ ਗਿਆ ਆ ਤਾਂ ਫਿਰ ਉਹਦੇ ਤੋਂ ਸਰਕਾਰ ਘਬਰਾਉਂਦੀ ਆ। ਤੇ ਅੱਜ ਦੇ ਟਾਈਮ ਦੇ ਉੱਤੇ ਵੀ ਸਰਕਾਰ ਥੋੜੀ ਜਿਹੀ ਦਿਖ ਰਹੀ ਆ ਪਰ ਉਹਨਾਂ ਕੋਲੇ ਪਿੱਛੇ ਦੇਖਣ ਨੂੰ ਕੁਝ ਹੈ ਨਹੀਂ। ਤਾਂ ਆਉਣ ਵਾਲੇ ਟਾਈਮ ਦੇ ਅੰਦਰ ਉਹ ਟੱਕਰਾ ਤਿੱਖਾ ਹੀ ਹੋਣਾ, ਕਿਉਂਕਿ ਜਿਹੜੀ ਉਹ ਸਰਕਾਰ ਵੀ ਆ ਸੈਂਟਰ ਸਰਕਾਰ ਵੀ ਆ ਉਹ ਵੀ ਅੰਬਾਨੀ ਅਡਾਨੀ ਵਰਗਿਆਂ ਨੂੰ ਪ੍ਰੋਮਿਸ ਕਰਕੇ ਹਟੀ ਹੋਈ ਆ ਵੀ ਆਹ ਸਾਰੇ ਪੰਜਾਬ ਦੀਆਂ ਜ਼ਮੀਨਾਂ ਤੁਹਾਨੂੰ ਦੇਣੀਆਂ ਨੇ ਜਾਂ ਕਾਰਪੋਰੇਟ ਫਾਰਮਿੰਗ ਇੱਧਰ ਕਰਨੀ ਆ ਜਾਂ ਇਹ ਤੋਂ ਬਿਨਾਂ US ਦੀਆਂ ਫਰਮਸ ਆ ਕੇ ਕਾਰਪੋਰੇਟ ਫਾਰਮਿੰਗ ਕਰਨੀ ਆ। ਤਾਂ ਉਹਦੇ ਵਿੱਚ ਉਹਨਾਂ ਕੋਲ ਵੀ ਪਿੱਛੇ ਦੇਖਣ ਨੂੰ ਹੈ ਨਹੀਂ ਕੁਝ, ਆਪਣੇ ਕੋਲ ਵੀ ਪਿੱਛੇ ਦੇਖਣ ਨੂੰ ਹੈ ਨਹੀਂ ਕੁਝ। ਤਾਂ ਦੇਖਦੇ ਆ ਆਉਣ ਵਾਲੇ ਟਾਈਮ ਦੇ ਅੰਦਰ ਇੱਕ ਨੂੰ ਤਾਂ ਝੁਕਣਾ ਪਊਗਾ ਹੀ ਪਊਗਾ। ਤਾਂ ਉਹ ਕੌਣ ਝੁਕਦਾ ਆ ਉਹ ਇੱਕ ਘੋਲ ਦੀ ਦਿਸ਼ਾ ਜਿਹੜੀ ਹੈਗੀ ਉਹ ਤੈਅ ਕਰੂ। ਇਸ ਨਾਲ ਹਸਨਪ੍ਰੀਤ ਕੌਰ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਜਿਸ ਤਰੀਕੇ ਨਾਲ ਅੱਜ ਪ੍ਰੋਟੈਸਟ ਕਰ ਰਹੇ ਬੀਜੇਪੀ ਸਕਾਲਰਸ਼ਿਪ ਦੇ ਮੁੱਦੇ ਨੂੰ ਲੈ ਕੇ, ਪਰ ਬੀਜੇਪੀ ਵੱਲੋਂ ਉਸ ਸਮੇਂ ਕਿਉਂ ਨਹੀਂ ਪ੍ਰੋਟੈਸਟ ਕੀਤਾ ਗਿਆ ਜਦੋਂ ਯੋਗੀ ਦੇ ਰਾਜ ਦੇ ਵਿੱਚ ਜਾਂ ਯੋਗੀ ਸਰਕਾਰ ਦੇ ਵੇਲੇ ਹੱਥ ਵਿੱਚ ਕੁੜੀ ਦਾ ਰੇਪ ਹੋਇਆ ਦਾ ਦਲਿਤਾਂ ਦੇ ਵਿੱਚ। ਅੱਜ ਦਾ ਬੀਜੇਪੀ ਸਰਕਾਰ ਕਹਿ ਰਹੀ ਹੈ ਕਿ ਦਲਿਤਾਂ ਨੂੰ ਸਕਾਲਰਸ਼ਿਪ ਦੇ ਮਾਮਲੇ ਉੱਤੇ ਜਿਹੜਾ ਹੈ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਇੱਥੇ ਸੋਚਣਾ ਪੈਣਾ। ਇਹ ਗੱਲ ਵਾਜਬ ਹੈ ਬੀਜੇਪੀ ਦੀ ਕਿ ਜੋ ਸਕਾਲਰਸ਼ਿਪ ਮਾਮਲਾ ਹੋਇਆ ਸੀ, ਜੋ ਘੁਟਾਲਾ ਹੋਇਆ ਉਸ ਉੱਪਰ ਪ੍ਰੋਟੈਸਟ ਕਰਨਾ ਵੀ ਚਾਹੀਦਾ, ਪਰ ਬੀਜੇਪੀ ਨੂੰ ਉਸ ਵੇਲੇ ਵੀ ਪ੍ਰੋਟੈਸਟ ਕਰਨਾ ਚਾਹੀਦਾ ਜਦੋਂ ਹੱਥ ਵਿੱਚ ਕਾਂਡ ਹੁੰਦਾ। ਹੁਣ ਦੇਖਾਂਗੇ ਕਿ 2022 ਦੇ ਵਿੱਚ ਕੀ ਬਣੂਗਾ। ਕਿਸਾਨ ਵੀ ਟਸ ਤੋਂ ਮਾਸ ਹੋਣ ਵਾਲੇ ਨਹੀਂ ਗਏ, ਵਿਦਿਆਰਥੀ ਵੀ ਆਪਣੇ ਇੱਕ ਨਵੀਂ ਜਿਹੜੀ ਲਹਿਰ ਉਹ ਚੁਣਦੇ ਨੇ ਤੇ ਇੱਥੇ ਜਾ ਕੇ ਨੌਜਵਾਨਾਂ ਨੇ ਜਿਸ ਤਰੀਕੇ ਨਾਲ ਪ੍ਰੋਟੈਸਟ ਕੀਤਾ ਉਹ ਅੱਗੇ ਜਾ ਕੇ ਕਿਹੜੇ ਪਾਸੇ ਜਾਂਦਾ ਹੈ ਇਹ ਸਮਾਂ ਦੱਸੂਗਾ।